ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਹੋਰ ਵਪਾਰਕ ਸੁਨੇਹਾ। ਵਾਸ਼ਿੰਗਟਨ ਫਰੇਟ ਸਰਵਿਸ, ਜੋ ਟਰੱਕਰਸ ਨੂੰ ਸਿਆਟਲ ਏਰੀਆ ਵਿੱਚ ਲੋਕਲ ਵਰਕ ਦਿੰਦੇ ਹਨ। ਤੁਸੀਂ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰ ਸਕਦੇ ਹੋ। ਇਹਨਾਂ ਨੂੰ ਓਨਰ, ਆਪਰੇਟਰ ਅਤੇ ਡਰਾਈਵਰ ਚਾਹੀਦੇ ਹਨ। ਤੁਹਾਡੀ ਸਹੂਲਤ ਲਈ ਪੰਜਾਬੀ ਤੇ ਇੰਗਲਿਸ਼ ਵਿੱਚ ਵੀ ਡਿਸਪੈਚ ਕੀਤੇ ਜਾਂਦੇ ਹਨ। ਕਾਲ J&H ਐਕਸਪ੍ਰੈਸ, ਮਨਮੋਹਨ ਧਾਲੀਵਾਲ 2065500088। ਜੇ ਤੁਸੀਂ ਸਾਡੇ ਕਿਸੇ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਨੇ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਨੰਬਰ ਹਨ ਜੀ 9780141741।
ਸੋ ਪਿਆਰੇ ਸਰੋਤਿਓ, ਤੁਹਾਡਾ ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਤੇ ਸ਼ਮਾਦਾਨ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਦੇ ਨਾਲ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸੋ ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸ਼ੁਕਰੀਆ ਜੀ। ਸੋ ਅੱਜ ਹੁਣ ਅਸੀਂ ਇਸ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਕੁਝ ਮਹੱਤਵਪੂਰਨ ਖਬਰਾਂ ਦੇ ਉੱਤੇ ਜਿਹੜੀ ਹੈ ਗੱਲਬਾਤ ਕਰਨੀ ਹੈ। ਅਤੇ ਖਬਰਾਂ ਦੇ ਵਿੱਚੋਂ ਪਹਿਲੀ ਖਬਰ ਜਿਹੜੀ ਹੈ ਉਹ ਹੈ ਪੰਜਾਬ ਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਪਾਰਟੀ ਜੀ, ਜਿਸ ਦਾ ਘਸਮਾਨ ਲਗਾਤਾਰ ਜਾਰੀ ਹੈ। ਅਤੇ ਘਸਮਾਨ ਨੂੰ ਸੁਲਝਾਉਣ ਦੇ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਨ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਦੇ ਅੱਗੇ ਹੁਣ ਸਿੱਧੂ ਸਣੇ 25 ਹੋਰ ਵਿਧਾਇਕ ਹੈ ਜਿਹੜੇ ਉਹ ਅੱਗੇ ਪਹੁੰਚੇ ਨੇ। ਸੋ ਕੀ ਸਮਾਚਾਰ ਹੈ ਜੀ ਇਸ ਬਾਰੇ? ਦੇਖੋ, ਗੱਲ ਇਹ ਹੈ ਕਿ ਕਾਂਗਰਸ ਦੀ ਜਿਹੜੀ ਐਕਟਿੰਗ ਪ੍ਰੈਜ਼ੀਡੈਂਟ ਹੈ ਮੈਡਮ ਸੋਨੀਆ ਗਾਂਧੀ ਜੀ, ਉਹਨਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਮਿਸਟਰ ਮਲਕ ਅਰਜੁਨ ਖੜਗੇ ਦੀ ਅਗਵਾਈ ਹੇਠ ਜੀ। ਔਰ ਉਹ ਕਾਂਗਰਸ ਪਾਰਟੀ ਦੇ ਜਿਹੜੇ ਵਜ਼ੀਰ ਹੈ, MP ਹੈ, ਸਿਟਿੰਗ MLA ਹੈ, ਔਰ ਇੱਥੋਂ ਤੱਕ ਕਿ ਜਿਨ੍ਹਾਂ ਨੇ ਚੋਣ ਲੜੀ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਵਾਸਤੇ ਉਹਨਾਂ ਨੇ ਆਪਣਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ। ਪਹਿਲਾਂ ਇਹ ਸੀ ਕਿ ਇਹ ਸਿਰਫ ਅਤੇ ਸਿਰਫ MLA ਨਾਲ ਅਤੇ ਵਜ਼ੀਰਾਂ ਨਾਲ ਗੱਲ ਕਰੂਗੀ। ਫਿਰ ਵਿੱਚ ਇਹ ਆ ਗਈ ਕਿ MPs ਨਾਲ ਵੀ ਗੱਲ ਹੋਣੀ ਹੈ। ਕੱਲ੍ਹ MPs ਦਾ ਵੀ ਇੱਕ ਗਰੁੱਪ ਜਿਹੜਾ ਮਿਲ ਕੇ ਆਇਆ ਹੈ ਇਸ ਕਮੇਟੀ ਨੂੰ, ਜਿਹਦੇ ਵਿੱਚ ਰਵਨੀਤ ਬਿੱਟੂ ਹੈ, ਮੁਹੰਮਦ ਸਦੀਕ ਹੈ ਜੀ, ਔਰ ਜਿਹੜੇ ਹੈਗੇ ਸੰਤੋਖ ਸਿੰਘ ਨਹੀਂ, ਆਪਣੇ ਅਮਰ ਸਿੰਘ ਜੀ ਫਤਿਹਗੜ੍ਹ ਹਾਂ, ਅਮਰ ਸਿੰਘ ਹੈਗੇ, ਔਰ ਸਾਬਕਾ ਵਜ਼ੀਰ ਹੈ ਜਿਹੜੇ ਕੇਂਦਰੀ ਕਾਨੂੰਨ ਮੰਤਰੀ ਰਹੇ ਹੈ ਅਸ਼ਵਨੀ ਕੁਮਾਰ, ਉਹ ਵੀ ਸੀ ਜੀ। ਅੱਜ ਪ੍ਰਤਾਪ ਸਿੰਘ ਬਾਜਵਾ ਦੇ ਮਿਲਣ ਦੀ ਵਾਰੀ ਸੀ, ਕਹਿੰਦੇ ਉਹਨਾਂ ਨੇ ਵੀ ਮਿਲਣਾ ਹੈ। ਅਤੇ ਕੱਲ੍ਹ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਸਮੇਤ 25 ਵਿਧਾਇਕਾਂ ਨੇ ਗੱਲਬਾਤ ਕੀਤੀ ਹੈ। ਆਮ ਤੌਰ 'ਤੇ ਪਤਾ ਇਹ ਲੱਗਿਆ ਕਿ ਕਮੇਟੀ ਦੇ ਮੈਂਬਰ ਆਪਣੇ ਵੱਲੋਂ ਕੁਛ ਬਹੁਤਾ ਬੋਲਦੇ ਨਹੀਂ ਜੀ, ਉਹ ਵਿਧਾਇਕਾਂ ਦੀ ਗੱਲ ਸੁਣਦੇ ਹੈ। ਹਰ ਵਿਧਾਇਕ ਨੂੰ 10 ਤੋਂ ਲੈ ਕੇ 15 ਮਿੰਟਾਂ ਤੱਕ ਦਿੱਤੇ ਜਾਂਦੇ ਆ। 10-15 ਮਿੰਟਾਂ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਮੁਕਾਉਣੀ ਹੁੰਦੀ ਹੈ। ਪਰ ਕਿਉਂਕਿ ਸਿੱਧੂ ਸੈਲੀਬ੍ਰਿਟੀ ਹੈ, ਸਿੱਧੂ ਹਾਈ ਕਮਾਂਡ ਦਾ ਪ੍ਰਤੀਨਿਧ ਹੈ, ਚਹੇਤਾ ਹੈ ਜੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਦਾ। ਔਰ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਅੱਜ ਫਿਰ ਖਬਰ ਆਈ ਹੈ ਕਿ ਇੱਕ ਪਾਸੇ ਕਮੇਟੀ ਕੰਮ ਕਰ ਰਹੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਵੀ MLAs ਦੇ ਨਾਲ, ਵਜ਼ੀਰਾਂ ਦੇ ਨਾਲ, ਸਾਬਕਾ MLAs ਦੇ ਨਾਲ ਟੈਲੀਫੋਨ 'ਤੇ ਗੱਲ ਕਰ ਰਹੇ। ਔਰ ਪਹਿਲਾਂ ਕਹਿੰਦੇ ਉਹਨਾਂ ਨੂੰ ਮੈਸੇਜ ਲਾ ਦਿੱਤਾ ਜਾਂਦਾ ਕਿ ਰਾਹੁਲ ਗਾਂਧੀ ਤੁਹਾਡੇ ਨਾਲ ਇੰਨੇ ਕੁ ਵਜੇ ਗੱਲ ਕਰੂਗਾ ਜੀ। ਲੇਕਿਨ ਨਵਜੋਤ ਸਿੰਘ ਸਿੱਧੂ ਜਦੋਂ ਕੱਲ੍ਹ ਕਮੇਟੀ ਨੂੰ ਮਿਲਿਆ, ਉਹਨੇ ਕਮੇਟੀ ਨਾਲ ਲਗਭਗ 2 ਘੰਟੇ ਬਿਤਾਏ ਹੈ। 2 ਘੰਟੇ ਗੱਲਬਾਤ ਕੀਤੀ ਹੈ। ਪ੍ਰਗਟ ਸਿੰਘ ਹੁਣਾਂ ਨੇ ਵੀ ਗੱਲਬਾਤ ਕੀਤੀ ਹੈ। ਪ੍ਰਗਟ ਸਿੰਘ ਹੁਣਾਂ ਨੇ ਵੀ ਬਾਹਰ ਆ ਕੇ ਇਹੀ ਗੱਲ ਕਹੀ ਹੈ ਕਿ ਮੈਂ ਆਪਣੀ ਜਿਹੜੀ ਚਿੱਠੀ ਹੈ 2019 ਵਾਲੀ, ਉਹਦੇ 'ਤੇ ਖੜੋਤਾ। ਔਰ ਪ੍ਰਗਟ ਸਿੰਘ ਨੇ ਵੀ ਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਟਾਰਗੇਟ ਬਣਾਇਆ ਜੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜਿਹੜੇ ਹੈਗੇ ਹੈ ਚਾਰਜ ਵਾਲੇ ਵਿਭਾਗ, ਜੇ ਉਹਨਾਂ ਵਿਭਾਗਾਂ ਦੇ ਵਿੱਚ ਹੀ ਠੀਕ ਤਰੀਕੇ ਨਾਲ ਕੰਮ ਨਹੀਂ ਹੁੰਦਾ ਤਾਂ ਫਿਰ ਆਪਾਂ ਬਾਕੀ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਸਰਕਾਰ ਕਿਹੋ ਜਿਹਾ ਕੰਮ ਕਰਦੀ ਹੈ। ਇਸ ਵੇਲੇ ਜਸਪ੍ਰੀਤ ਜਦੋਂ ਆਪਾਂ ਗੱਲ ਕਰਦੇ ਹਾਂ, ਹਰਪ੍ਰੀਤ ਜਦੋਂ ਗੱਲ ਕਰਦੇ ਹਾਂ, ਅਤੇ ਮੇਰੇ ਖਿਆਲ ਮੁਤਾਬਕ ਸਥਿਤੀ ਇਹ ਹੈ ਕਿ ਲੜਾਈ ਆਪੋਜੀਸ਼ਨ ਨਹੀਂ ਕਾਂਗਰਸ ਪਾਰਟੀ ਦੇ ਖਿਲਾਫ ਲੜ ਰਹੀ, ਨਾ ਆਮ ਆਦਮੀ ਪਾਰਟੀ ਲੜ ਰਹੀ ਹੈ ਅਤੇ ਨਾ ਹੀ ਅਕਾਲੀ ਦਲ ਲੜ ਰਹੀ ਹੈ। ਉਹਨਾਂ ਦੀ ਕੋਈ ਬਹੁਤੀ ਗੱਲ ਨਹੀਂ। ਜਿਹੜੀ ਅਫੈਕਟਿਵ ਲੜਾਈ ਹੈ ਕਾਂਗਰਸ ਦੇ ਖਿਲਾਫ, ਕਾਂਗਰਸ ਹੀ ਲੜ ਰਹੀ ਹੈ। ਕਾਂਗਰਸ ਬਨਾਮ ਕਾਂਗਰਸ ਹੈ। ਸੋ ਕੱਲ੍ਹ ਜਦੋਂ ਫਿਰ ਨਵਜੋਤ ਸਿੰਘ ਸਿੱਧੂ ਬਾਹਰ ਆਏ, ਮੀਡੀਆ ਨਾਲ ਉਹਨਾਂ ਦਾ ਵਾਸਤਾ ਪਿਆ, ਕਿਉਂਕਿ ਮੀਡੀਆ ਨਾਲ ਪਹਿਲੀ ਗੱਲ ਤਾਂ ਗੱਲ ਹੀ ਬਹੁਤ ਘੱਟ ਕਰਦੇ ਹੈ। ਜ਼ਿਆਦਾਤਰ ਜਿਹੜੀ ਹੈਗੀ ਹੈ ਉਹਨਾਂ ਦੀ ਗੱਲਬਾਤ ਉਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਗੱਲ ਕਹਿੰਦੇ। ਲੇਕਿਨ ਕੱਲ੍ਹ ਜਦੋਂ ਮੀਡੀਆ ਨਾਲ ਬਾਹ ਪਿਆ ਅਤੇ ਉਹਨਾਂ ਨੇ ਆ ਕੇ ਉਹੀ ਆਪਣੀਆਂ ਗੱਲਾਂ ਕਹੀਆਂ ਕਿ ਮੈਂ ਪੰਜਾਬ ਵਾਸਤੇ ਲੜ ਰਿਹਾ, ਪੰਜਾਬੀਅਤ ਲਈ ਲੜ ਰਿਹਾ, ਜੋ ਮੇਰਾ ਪਹਿਲਾ ਸਟੈਂਡ ਸੀ, ਹੈ ਅਤੇ ਅਗਾਂਹ ਵੀ ਹੋਊਗਾ। ਉਹਨਾਂ ਨੇ ਕਿਹਾ ਕਿ ਜਿਹੜੀ ਧਰਤੀ ਫਾੜ ਕੇ ਜਿਹੜੀ ਆਵਾਜ਼ ਆ ਰਹੀ ਹੈ ਪੰਜਾਬ ਦੇ ਲੋਕਾਂ ਦੀ, ਉਹ ਆਵਾਜ਼ ਮੈਂ ਕੇਂਦਰੀ ਹਾਈ ਕਮਾਂਡ ਹੈ ਜਿਹੜੀ ਉਹਨਾਂ ਨੂੰ ਸਮਝਾ ਕੇ ਆਇਆ, ਮੈਂ ਦੱਸ ਕੇ ਆਇਆ। ਬੜੇ ਦਲੇਰੀ ਦੇ ਨਾਲ ਉਹ ਗੱਲ ਕਹਿ ਰਿਹਾ ਸੀ। ਲੇਕਿਨ ਗੱਲਾਂ ਬਾਤਾਂ ਕੀ ਹੋਈਆਂ ਅਤੇ ਹਾਈ ਕਮਾਂਡ ਨੇ ਉਹਨਾਂ ਨੂੰ ਕੀ ਕਿਹਾ, ਇਹ ਭਾਵੇਂ ਵਾਰ-ਵਾਰ ਮੀਡੀਆ ਦੇ ਪ੍ਰਤੀਨਿਧ ਜਿਹੜੇ ਉਹਨਾਂ ਦੇ ਉੱਤੇ ਸਵਾਲਾਂ ਦੀ ਬੌਲੀ ਕਰਦੇ ਰਹੇ, ਲੇਕਿਨ ਨਵਜੋਤ ਸਿੱਧੂ ਨੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਅਤੇ ਬਗੈਰ ਉੱਤਰ ਦਿੱਤਿਆਂ ਉਹ ਆਪਣੀ ਗੱਡੀ ਵੱਲ ਚਲੇ ਗਏ ਅਤੇ ਉੱਥੋਂ ਬੈਠ ਕੇ ਉਹ ਆਪਣਾ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਏ। ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਆਉਂਦਾ ਹੈ
ਆ ਕੇ ਗੱਲ ਕਰਦਾ, ਜੇ ਮੀਡੀਆ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਦਿੰਦਾ ਤਾਂ ਇਹਦਾ ਮਤਲਬ ਹੈ ਕਿ ਉਹਦੇ ਦਿਲ ਦੀ ਗੱਲ ਤੁਸੀਂ ਲੱਭ ਨਹੀਂ ਸਕਦੇ। ਇਹ ਲੱਭ ਨਹੀਂ ਸਕਦੇ ਕਿ ਉਹਦੇ ਨਾਲ ਕੀ ਗੱਲਬਾਤ ਹੋਈ ਹੈ। ਖਬਰਾਂ ਪ੍ਰਭਾਵ ਇਹ ਦਿੰਦੀਆਂ, ਜ਼ਿਆਦਾਤਰ ਖਬਰਾਂ ਜਿਹੜੀਆਂ ਆਪਾਂ ਅਖਬਾਰਾਂ ਦੀ ਗੱਲ ਦੇਖੀਏ ਤਾਂ ਅਖਬਾਰਾਂ ਦਾ ਇਹ ਹੁੰਦਾ ਸਿਲਸਿਲਾ ਜੀ, ਬਸ ਜਿਹੜਾ ਹੈਗਾ ਜ਼ਿਆਦਾਤਰ ਵਿਧਾਇਕ ਹੈ ਜਿਹੜੇ ਕਹਿੰਦੇ ਜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੁਗਤੇ। ਲੇਕਿਨ ਮੈਂ ਕੱਲ੍ਹ ਵੀ ਕਿਹਾ ਸੀ ਤੇ ਅੱਜ ਵੀ ਕਹਿ ਰਿਹਾ ਮੈਂ ਕਿ ਮੇਰੇ ਕੋਲ ਇਹ ਅਥੈਂਟਿਕ ਰਿਪੋਰਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਵਿੱਚ 50 ਦੇ ਕਰੀਬ ਵਿਧਾਇਕ ਹੈ ਅਜੇ ਵੀ। ਅੱਛਾ ਜੀ, 50 ਵਿਧਾਇਕ ਉਹਦੇ ਖੇਮੇ ਦੇ ਵਿੱਚ ਹੈ। 70 ਤੋਂ ਉੱਪਰ ਤਾਂ ਉਹਨਾਂ ਦੇ ਵਿਧਾਇਕ ਹੀ ਨੇ। 80 ਹੋ ਗਏ, 80 ਦੇ ਲਗਭਗ ਉਹਨਾਂ ਦੇ ਵਿਧਾਇਕ ਹੋ ਗਏ। ਔਰ ਉਹਨਾਂ ਦੇ ਵਿੱਚੋਂ ਜੇ ਜ਼ਿਆਦਾ ਤੌਰ ਦੇ ਉੱਤੇ ਆਪਾਂ ਦੇਖੀਏ ਤਾਂ 5 ਕੁ ਵਜ਼ੀਰ ਤੇ 5-7 MLA, 10 ਤੋਂ ਵੱਧ MLA ਜਿਹੜੇ ਜ਼ਿਆਦਾ ਤੌਰ 'ਤੇ ਉਹਨਾਂ ਦੇ ਖਿਲਾਫ ਬੋਲਦੇ ਆ, ਇਹ ਤੋਂ ਵੱਧ ਕੋਈ ਨਹੀਂ ਹੈਗੇ ਜੀ। ਬਹੁਤੇ MLA ਹੁੰਦੇ ਆ ਜਿਨ੍ਹਾਂ ਨੇ ਆਪਣੇ ਕੰਮ ਧੰਦੇ ਲੈਣੇ ਹੁੰਦੇ ਆ, ਜਿਵੇਂ ਹੁਣ ਅੱਜ ਸ਼ਾਇਦ ਗੱਲਾਂ ਇਹ ਵੀ ਚੱਲੀ ਜਾਂਦੀਆਂ ਕਿ ਕੁਛ ਜਿਹੜਾ ਹੈਗਾ 10-10, 15-15 ਕਰੋੜ ਰੁਪਏ ਵੀ ਹਲਕਿਆਂ ਨੂੰ ਦਿੱਤੇ ਜਾ ਰਹੇ ਹੈ। ਡਿਸਕ੍ਰਿਸ਼ਨ ਫੰਡ ਦਿੱਤਾ ਜਾ ਰਿਹਾ MLAs ਨੂੰ ਕਿ ਤੁਸੀਂ ਆਪਣੀ ਮਰਜ਼ੀ ਨਾਲ ਹੀ ਇਹ ਫੰਡ ਲਾਉਣੇ ਆਪੋ ਆਪਣੀ ਡਿਵੈਲਪਮੈਂਟ ਦੇ ਕੰਮਾਂ 'ਤੇ। ਸੋ ਜਿਹਦਾ ਕਹਿੰਦੇ ਹੁੰਦੇ ਆ ਰਾਜ ਉਹਦਾ ਤੇਜ, ਜਿਹਦੇ ਕੋਲੇ ਹੁਕੂਮਤ ਹੁੰਦੀ ਆ ਆਮ ਤੌਰ 'ਤੇ ਲੋਕ ਉਹਦੇ ਵਾਲੇ ਪਾਸੇ ਨੂੰ ਚੱਲਦੇ ਹੈ। ਵੈਸੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਾਂਗਰਸ ਹਾਈ ਕਮਾਂਡ ਇਸ ਵੇਲੇ ਕਮਜ਼ੋਰ ਹੋਈ ਹੈ ਔਰ ਕਮਜ਼ੋਰ ਹਾਈ ਕਮਾਂਡ ਹੈ ਜਿਹੜੀ ਉਹ ਬਹੁਤਾ ਕੁਛ ਕਰ ਨਹੀਂ ਸਕਦੀ। ਆਪਾਂ ਜ਼ਿਕਰ ਕੱਲ੍ਹ ਵੀ ਕੀਤਾ ਸੀ ਕਿ ਰਾਹੁਲ ਗਾਂਧੀ ਜੇ ਸੋਨੇ ਨੂੰ ਹੱਥ ਪਾਉਂਦਾ ਤਾਂ ਮਿੱਟੀ ਬਣ ਜਾਂਦੀ ਹੈ ਜੀ, ਕਿਉਂਕਿ ਲੀਡਰ ਜਦੋਂ ਤੁਹਾਡਾ ਇਸ ਕਿਸਮ ਦਾ ਹੋਵੇ, ਠੀਕ ਹੈ ਪ੍ਰਿੰਕਾ ਗਾਂਧੀ ਬਾਰਡਰਾਂ ਕੁਛ ਕਰਦੀ ਹੈ, ਲੇਕਿਨ ਸੋਨੀਆ ਗਾਂਧੀ ਦੀ ਜਿਹੜੀ ਹੈ ਅਪਰੋਚ ਉਹ ਕੈਪਟਨ ਪ੍ਰਤੀ ਅਜੇ ਨਰਮੀ ਵਾਲੀ ਹੈ ਜੀ। ਔਰ ਕੱਲ੍ਹ ਤੱਕ ਆਪਾਂ ਨੂੰ ਇਹ ਲੱਗਦਾ ਸੀ ਕਿ ਯੂਪੀ ਦੇ ਵਿੱਚ ਵੀ BJP ਦਾ ਇੱਕ ਸੰਕਟ ਖੜਾ ਹੋਇਆ, ਉੱਥੇ ਵੀ ਮਿਸਟਰ ਜਿਹੜੇ ਜੋਗੀ ਆਦਿੱਤਿਆਨਾਥ ਆ, ਜੋਗੀ ਆਦਿੱਤਿਆਨਾਥ ਨੂੰ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਸਮੈਲ ਆ ਗਈ ਹੈ ਕਿ ਜੋਗੀ ਆਦਿੱਤਿਆਨਾਥ ਦਿੱਲੀ ਵਾਲੇ ਤਖਤ 'ਤੇ ਵੀ ਨਿਗਾਹ ਰੱਖੀ ਬੈਠਾ ਹੈ ਕਿਉਂਕਿ ਉਹਨਾਂ ਦੇ ਬੰਦਿਆਂ ਨੇ ਕੁਛ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੋਦੀ ਕੇ ਬਾਅਦ ਜੋਗੀ ਜੀ। ਔਰ ਉਹਨਾਂ ਨੇ ਉੱਥੇ ਵੀ ਆਪਣੀਆਂ ਥੋੜ੍ਹੀਆਂ ਜਿਹੀਆਂ ਟਿੰਬਰੀ ਕਸੀ ਹੋਈ ਸੀ, ਲੇਕਿਨ BS ਸੰਤੋਸ਼ ਜਿਹੜੇ RSS ਦੇ ਇੱਕ ਬੜੇ ਪ੍ਰਮੁੱਖ ਨੇਤਾ ਹੈ, ਉਹ ਗਏ ਹੋਏ ਸੀ ਅਤੇ ਅੱਜ ਉਹਨਾਂ ਨੇ ਪ੍ਰੇਜ਼ ਕਰ ਦਿੱਤੀ ਹੈ ਜੋਗੀ ਆਦਿੱਤਿਆਨਾਥ ਦੀ ਕਿ 98% ਜਿਹੜਾ ਹੈਗਾ ਇਹਨਾਂ ਨੇ ਕਰੋਨਾ ਨੂੰ ਕਾਬੂ ਕਰਨ ਵਾਸਤੇ 98% ਸਫਲਤਾ ਹਾਸਲ ਕੀਤੀ। ਅੱਛਾ ਜੀ ਜੀ। ਅਤੇ ਜੇ BJP ਇਸ ਵੇਲੇ ਆਪਣਾ ਜਿਹੜਾ ਯੂਪੀ ਵਾਲਾ ਘੋੜਾ ਮੈਦਾਨ ਦੇ ਵਿੱਚੋਂ ਨਹੀਂ ਬਦਲਣਾ ਚਾਹੁੰਦੀ, ਕਾਂਗਰਸ ਕਿਵੇਂ ਅਫੋਰਡ ਕਰੂਗੀ? ਕਿਉਂਕਿ BJP ਕੋਲ ਤਾਂ ਸੈਂਟਰ ਦੀ ਸਰਕਾਰ ਵੀ ਹੈ, ਬਿਲਕੁਲ ਉਹਨਾਂ ਦੇ ਕੋਲੇ ਚੋਣ ਕਮਿਸ਼ਨ ਵੀ ਹੈ, ਸਾਰਾ ਕੁਛ ਹੈ, ਚੋਣਾਂ ਉਹਨਾਂ ਨੇ ਕਰਵਾਉਣੀਆਂ ਯੂਪੀ ਦੇ ਵਿੱਚ, ਉਹ ਤਾਂ ਬੜਾ ਕੁਛ ਕਰ ਸਕਦੇ ਹੈ ਜੀ। ਪਰ ਉਹਨਾਂ ਨੂੰ ਵੀ ਪਤਾ ਜੰਗ ਦੇ ਮੈਦਾਨ ਦੇ ਵਿੱਚ ਘੋੜਾ ਨਹੀਂ ਬਦਲਿਆ ਜਾ ਸਕਦਾ। ਸੋ ਮੈਨੂੰ ਨਹੀਂ ਲੱਗਦੀ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬਦਲਣ ਵਾਲੀ ਗੱਲ ਕਰਨਗੇ। ਹਾਂ, ਜਿਵੇਂ ਕਿ ਗੱਲਾਂ ਬਾਤਾਂ ਆ ਰਹੀਆਂ ਕਿ ਸ਼ਾਇਦ 1-2 ਡਿਪਟੀ ਮੁੱਖ ਮੰਤਰੀ ਲਾ ਦੇਣ, ਲੇਕਿਨ ਜੋ ਕਨਫਰਮ ਜੀ ਗੱਲ ਆ ਰਹੀ ਹੈ ਕਹਿੰਦੇ ਵੀ ਇੱਕ ਦਲਿਤ ਮੁੱਖ ਮੰਤਰੀ ਲਾਉਣ ਦੀ ਗੱਲ ਬਣ ਰਹੀ ਹੈ। ਔਰ ਦਲਿਤ ਮੁੱਖ ਮੰਤਰੀ ਕੌਣ ਹੋ ਸਕਦਾ ਹੈ? ਦਲਿਤ ਭਾਈਚਾਰੇ 'ਚੋਂ ਹੋ ਸਕਦਾ ਹੈ। ਲੱਗਦਾ ਇਹ ਹੈ ਕਿ ਦਲਿਤ ਮੁੱਖ ਮੰਤਰੀ ਦੀ ਜੇ ਡਿਪਟੀ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ ਆਪਾਂ, ਤਾਂ ਦਲਿਤ ਡਿਪਟੀ ਮੁੱਖ ਮੰਤਰੀ ਡਾਕਟਰ ਰਾਜ ਕੁਮਾਰ ਬੇਰਕਾ ਦਾ ਗੁਣਾ ਪੈ ਸਕਦਾ ਹੈ। ਵੈਸੇ ਪਹਿਲਾਂ ਵੀ ਉਹਨਾਂ ਕੋਲ ਕੈਬਨਿਟ ਦਾ ਰੈਂਕ ਹੈ, ਬਾਕੀ ਸਾਰੀਆਂ ਚੀਜ਼ਾਂ ਤਾਂ ਹੈ, ਇਕੱਲਾ ਨਾ ਹੀ ਦੇਣਾ ਹੈ ਔਰ ਨਾ ਦੇ ਸਕਦੇ। ਇੱਕ ਸੀਟ ਵੈਸੇ ਵੀ ਮੰਤਰੀ ਮੰਡਲ ਦੇ ਵਿੱਚ ਖਾਲੀ ਪਈ ਹੈ। ਨਵਜੋਤ ਸਿੰਘ ਸਿੱਧੂ ਕਿਉਂਕਿ ਪਹਿਲਾਂ ਜਵਾਬ ਦੇ ਚੁੱਕਿਆ ਕਿ ਮੈਂ ਕੈਬਨਿਟ ਦੇ ਵਿੱਚ ਨਹੀਂ ਹੋਣਾ, ਔਰ ਪਿਛਲੇ ਦਿਨਾਂ ਦੇ ਵਿੱਚ ਤਾਂ ਉਹਨੇ ਕਿਹਾ ਕਿ ਮੈਂ ਤਾਂ ਕਦੇ ਕੋਈ ਅਹੁਦਾ ਮੰਗਿਆ ਹੀ ਨਹੀਂ, ਮੈਨੂੰ ਤਾਂ ਆਪਣੇ ਆਪ ਬੁਲਾ ਕੇ ਪੇਸ਼ਕਸ਼ ਕਰਦੇ ਆ ਕਿ ਤੂੰ ਅਹੁਦਾ ਲੈ ਲਾ। ਹਾਲਾਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਰੌਲਾ ਹੀ ਇਸ ਗੱਲ ਦੇ ਉੱਤੇ ਪਿਆ ਕਿ ਮਹਿਕਮਾ ਲੋਕਲ ਬਾਡੀ 'ਚ ਮਿਲੇ ਜਾਂ ਗ੍ਰਹਿ ਵਿਭਾਗ ਮਿਲੇ, ਤਾਂ ਮੰਗ ਹੀ ਇਹ ਕਰ ਰਹੇ ਸੀ। ਪਰ ਬਾਹਰੀ ਤੌਰ 'ਤੇ ਉਹ ਕਹਿੰਦੇ ਆ ਕਿ ਨਹੀਂ ਜੀ ਮੈਂ ਤਾਂ ਕੋਈ ਮੰਗਿਆ ਹੀ ਨਹੀਂ, ਮੈਨੂੰ ਤਾਂ ਆਪਣੇ ਆਪ ਬੁਲਾ ਕੇ ਦਿੰਦੇ ਆ। ਉਂਝ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਇਹ ਗੱਲ ਕਹਿ ਦਿੱਤੀ ਹੈ ਕਿ ਮੇਰੇ ਬੂਹੇ ਹਮੇਸ਼ਾ ਲਈ ਨਵਜੋਤ ਸਿੱਧੂ ਵਾਸਤੇ ਬੰਦ ਹੈ। ਅਤੇ ਮੇਰੇ ਖਿਆਲ ਮੁਤਾਬਕ ਜੇ ਹਾਈ ਕਮਾਂਡ ਪ੍ਰੈਸ਼ਰ ਵੀ ਬਿਲਡ ਕਰਦੀ ਹੈ ਇਸ ਸਟੇਜ 'ਤੇ ਕੈਪਟਨ ਅਮਰਿੰਦਰ ਸਿੰਘ ਉਹਨੂੰ ਨਹੀਂ ਲਊਗਾ, ਸਗੋਂ ਦਲਿਤ ਜਿਹੜਾ ਡਿਪਟੀ ਮੁੱਖ ਮੰਤਰੀ ਬਣਾਉਣਾ ਹੈ ਜੀ। ਦਲਿਤ ਭਾਈਚਾਰੇ ਦੀ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਜਿਹੜੀ 34% ਦੀ ਵੋਟ ਹੈ, ਬਿਲਕੁਲ ਜੀ 34% ਦੀ ਵੋਟ ਜਿਹੜੀ ਹੈਗੀ ਹੈ ਬਹੁਤ ਮਾਇਨੇ ਰੱਖਦੀ ਹੈ, ਬਿਲਕੁਲ। ਔਰ ਇਹ ਬਣਾਇਆ ਜਾ ਸਕਦਾ ਹੈ। ਕੱਲ੍ਹ ਡਾਕਟਰ ਰਾਜ ਕੁਮਾਰ ਬੇਰਕਾ ਦੀ ਮੈਂ ਇੰਟਰਵਿਊ ਵੀ ਸੁਣੀ ਸੀ, ਉਹਨਾਂ ਨੇ ਬੜੀਆਂ ਗੱਲਾਂ ਕਹੀਆਂ। ਉਹ ਕਹਿੰਦੇ ਵੀ ਦੇਸ਼ ਦਾ ਗ੍ਰਹਿ ਮੰਤਰੀ ਦਲਿਤ ਭਾਈਚਾਰੇ 'ਚੋਂ ਕਾਂਗਰਸ ਪਾਰਟੀ ਪਹਿਲਾਂ ਵੀ ਬਣਾ ਚੁੱਕੀ ਹੈ। ਕਦੇ ਉਹਨਾਂ ਨੇ ਬੂਟਾ ਸਿੰਘ ਦਾ ਨਾਂ ਲਿਆ, ਫਿਰ ਉਹਨਾਂ ਨੇ ਇੱਕ ਜਿਹੜੇ ਹੈਗੇ ਸ਼ਿਵਰ ਇੱਕ ਹੋਰ ਸੱਜਣ ਸੀ, ਮੇਰੇ ਹੁਣ ਨਾਂ ਨਹੀਂ ਉਹਨਾਂ ਦਾ ਯਾਦ, ਉਹਨਾਂ ਦਾ ਵੀ ਲਿਆ, ਸੁਸ਼ੀਲ ਕੁਮਾਰ ਸ਼ਿੰਦੇ, ਹਾਂ ਯਾਦ ਆ ਗਿਆ, ਸੁਸ਼ੀਲ ਕੁਮਾਰ ਸ਼ਿੰਦੇ ਦਾ ਨਾਂ ਲਿਆ ਕਿ ਇਹ ਦੋਨੋਂ ਦਲਿਤ ਭਾਈਚਾਰੇ ਦੇ ਵਿੱਚੋਂ ਆਏ ਹੈ। ਸੋ ਕਲੇਮ ਉਹਨਾਂ ਨੇ ਵੀ ਆਪਣਾ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹੋ ਜਿਹੇ ਹਾਲਾਤ ਬਣਦੇ ਹੈ। ਪਰ ਕੁੱਲ ਮਿਲਾ ਕੇ ਜੇ ਆਪਾਂ ਇਹ ਦੇਖੀਏ ਕਿ ਕਾਂਗਰਸ ਦਾ ਜਿਹੜੀ ਇਹ ਕਮੇਟੀ ਹੈ, ਕਮੇਟੀ ਵੀ ਇਸ ਗੱਲ ਦੇ ਉੱਤੇ ਇੱਕ ਟਿਕਟਕਾ ਕਰਾ ਦਿੱਤਾ ਹੈ ਜੀ, ਕਿਉਂਕਿ ਚਾਹੇ JP ਅਗਰਵਾਲ ਹੈ, ਚਾਹੇ ਹਰੀਸ਼ ਰਾਵਤ ਹੈ, ਉਹਨਾਂ ਦਾ ਕਹਿਣਾ ਇਹ ਹੈ ਕਿ 2022 ਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ। 2022 ਦੀਆਂ ਚੋਣਾਂ ਤੋਂ ਪਹਿਲਾਂ
ਕਾਂਗਰਸ ਪਾਰਟੀ ਨੂੰ ਇੱਕ ਸੁਰ ਕਰਨਾ ਹੈ। ਔਰ ਇੱਕ ਸੁਰ ਕਰਨ ਵਾਸਤੇ ਕਈ ਵਾਰੀ ਹੁਣ ਇੱਥੇ ਬਣਾ ਦਿੰਦੇ ਆ ਜੀ ਉਹਦੀ ਗੱਲ ਜ਼ਿਆਦਾ ਸਮਾਂ ਸੁਣੀ ਹੈ ਜੀ, ਉਹਦੀ ਗੱਲ ਐਂ ਹੈ ਜੀ, ਉਹਦੀ ਫਲਾਣਾ। ਅਖਬਾਰਾਂ ਦੇ ਵਿੱਚ ਖਬਰਾਂ ਤਾਂ ਆ ਰਹੀਆਂ ਕਿਉਂਕਿ ਬਾਹਰੀ ਤੌਰ ਦੇ ਉੱਤੇ ਆ ਕੇ ਕੋਈ ਨਹੀਂ ਦੱਸਦਾ ਕਿ ਅੰਦਰੋਂ ਗੱਲ ਕੀ ਹੋਈ ਹੈ, ਅੰਦਾਜ਼ੇ ਹੈ ਜੀ। ਜੀ ਸਰ, ਜੀ ਬਿਲਕੁਲ ਜੀ। ਸੋ ਇਹ ਤਾਂ ਸੀ ਖਬਰ ਪੰਜਾਬ ਦੀ ਕਾਂਗਰਸ ਦੀ। ਹੁਣ ਚੱਲਦੇ ਹਾਂ ਜੀ ਆਪਾਂ ਗੁਆਂਢੀ ਸੂਬੇ ਵੱਲ। ਤੋ ਹਰਿਆਣਾ ਦੇ ਵਿੱਚੋਂ ਖਬਰ ਹੈ ਕਿ ਟੋਹਾਣਾ ਦੇ ਵਿੱਚ ਕਿਸਾਨਾਂ ਨੇ ਜੀਜੀਪੀ ਦਾ ਵਿਧਾਇਕ ਜਿਹੜਾ ਘੇਰਿਆ ਹੈ, ਕਿਉਂਕਿ ਉਹ ਉੱਥੇ ਪਹੁੰਚ ਗਿਆ ਸੀਗਾ। ਅਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਚੱਲ ਰਿਹਾ ਹੈ। ਪਹਿਲਾਂ ਤਾਂ ਉਹਨਾਂ ਦਾ ਜਿਹੜਾ ਰੋਸ ਸੀਗਾ ਉਹ ਇਕੱਲੀ ਬੀਜੇਪੀ ਦੇ ਖਿਲਾਫ ਸੀਗਾ, ਪਰ ਜੇਜੇਪੀ ਦੇ ਵੀ ਕੁਝ ਜਿਹੜੇ ਹੈਗੇ ਨੇ ਨੇਤਾਵਾਂ ਦੇ ਬਿਆਨ ਕੁਝ ਇੱਦਾਂ ਦੇ ਆਏ ਕਿ ਉਦੋਂ ਬਾਅਦ 'ਚੋਂ ਕਿਸਾਨਾਂ ਦਾ ਜਿਹੜਾ ਰੋਸ ਹੈ ਜੇਜੇਪੀ ਦੇ ਖਿਲਾਫ ਵੀ ਹੋ ਗਿਆ। ਸੋ ਵਿਧਾਇਕ ਜਿਹੜਾ ਘੇਰਿਆ, ਸੋ ਕਿਹੜਾ ਵਿਧਾਇਕ ਸੀ ਜਿਹੜਾ ਘੇਰਿਆ ਗਿਆ ਹੈ ਜੀ? ਦੇਖੋ, ਇਸ ਵਿਧਾਇਕ ਦਾ ਨਾਂ ਹੈਗਾ ਦਵਿੰਦਰ ਸਿੰਘ ਬੱਬਲੀ। ਲੇਕਿਨ ਮੈਂ ਥੋੜ੍ਹਾ ਜਿਹਾ ਸਪਸ਼ਟ ਕਰ ਦੇਵਾਂ ਕਿ ਅਸਲ ਦੇ ਵਿੱਚ ਜਦੋਂ 3 ਕਾਲੇ ਕਾਨੂੰਨ ਆਏ ਹੈ ਅਤੇ ਕਾਲੇ ਕਾਨੂੰਨਾਂ ਦੇ ਆਉਣ ਤੋਂ ਬਾਅਦ ਕਿਸਾਨ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਸੀ ਕਿ ਬੀਜੇਪੀ ਦਾ ਕੋਈ ਵੀ ਲੀਡਰ, ਕੋਈ ਵੀ ਵਰਕਰ ਜੇ ਸਰਗਰਮ ਪੋਲੀਟਿਕਸ ਵਿੱਚ ਭਾਗ ਲੈਂਦਾ ਤਾਂ ਉਹਦਾ ਡਟਵਾਂ ਵਿਰੋਧ ਕੀਤਾ ਜਾਊਗਾ ਜੀ। ਜੇ ਉਹ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮਾਂ ਦੇ ਵਿੱਚ ਜਾਊਗਾ ਜਿਹਦੇ ਨਾਲ ਉਹਦੀ ਪਾਰਟੀ ਦੀ ਬੱਲੇ ਬੱਲੇ ਹੋਵੇ, ਉਹਦਾ ਵੀ ਵਿਰੋਧ ਕੀਤਾ ਜਾਊ, ਉਹਨੂੰ ਬਾਹਰ ਨਹੀਂ ਨਿਕਲ ਦਿੱਤਾ ਜਾਊਗਾ। ਇਹਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ। ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਵੱਖ-ਵੱਖ ਜਿਹੜੇ ਹੈਗੇ ਆ ਟੋਲ ਪਲਾਜ਼ਾ ਜਾਂ ਜਿਹੜੇ ਮਲਟੀਨੈਸ਼ਨਲ ਕੰਪਨੀ ਹੈ, ਕਾਰਪੋਰੇਟ ਘਰਾਣੇ ਹੈ, ਇਹਨਾਂ ਦੇ ਜਿਹੜੇ ਅਦਾਰੇ ਹੈ, ਉਹਨਾਂ ਅਦਾਰਿਆਂ ਦੇ ਸਾਹਮਣੇ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਸਾਹਮਣੇ ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨਾਂ ਨੇ ਧਰਨੇ ਲਾਏ ਸੀ ਅਤੇ 6 ਮਹੀਨੇ ਪਹਿਲਾਂ ਲੱਗੇ ਧਰਨੇ ਅੱਜ ਵੀ ਬਰਕਰਾਰ ਹੈ। ਔਰ ਫਿਰ ਹੌਲੀ ਹੌਲੀ ਗੱਲ ਇਹ ਆਉਣੀ ਸ਼ੁਰੂ ਹੋ ਗਈ ਸੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਬੀਜੇਪੀ ਦੀ ਹਮਾਇਤ ਕਰ ਰਹੀਆਂ, ਕਾਲੇ ਕਾਨੂੰਨਾਂ ਦੀ ਹਮਾਇਤ ਕਰ ਰਹੀਆਂ, ਉਹਨਾਂ ਦਾ ਵੀ ਵਿਰੋਧ ਕੀਤਾ ਜਾਊਗਾ ਜੀ। ਮੈਂ ਤੁਹਾਡੇ ਯਾਦ ਕਰਾਉਣਾ ਹੈ ਕਿ ਜਦੋਂ ਹਰਿਆਣੇ ਦੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ, ਬਿਲਕੁਲ ਜੀ, ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨੋਟਿਸ ਦਿੱਤਾ ਸੀ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ। ਉਹਨਾਂ ਨੇ ਬੇਵਸਾਹੀ ਦਾ ਮਤਾ ਲਿਆਉਣ ਵਾਸਤੇ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਸੀ। ਹਾਂਜੀ ਹਾਂਜੀ। ਸੈਸ਼ਨ ਜੁੜਿਆ ਅਤੇ ਬੇਵਸਾਹੀ ਦਾ ਮਤਾ ਪੇਸ਼ ਕੀਤਾ ਗਿਆ। ਉਸ ਮਤੇ ਦੇ ਉੱਤੇ ਡਿਬੇਟ ਵੀ ਹੋਈ, ਬਹਿਸ ਵੀ ਹੋਈ, ਲੇਕਿਨ ਉਹ ਮਤਾ ਜਿਹੜਾ ਹੈਗਾ ਉਹ ਪਾਸ ਨਹੀਂ ਹੋ ਸਕਿਆ, ਸਗੋਂ ਉਹ ਮਤਾ ਫੇਲ ਹੋ ਗਿਆ ਜੀ। ਫੇਲ ਹੋਣ ਦਾ ਕਾਰਨ ਇਹ ਸੀਗਾ ਕਿ ਜਿਹੜੀ ਭਾਜਪਾ ਦੇ ਕੋਲੇ ਮੁਕੰਮਲ ਬਹੁਮਤ ਨਹੀਂ ਹੈ ਹਰਿਆਣਾ 'ਚ, ਸਰਕਾਰ ਬਣੀ ਹੈ ਤਾਂ ਉਹ ਜਨ ਨਾਇਕ ਜਨਤਾ ਪਾਰਟੀ ਜਿਹੜੀ ਚੌਧਰੀ ਦੇਵੀ ਲਾਲ ਦੇ ਨਾਂ 'ਤੇ ਬਣੀ ਹੈ ਅਤੇ ਚੌਧਰੀ ਦੇਵੀ ਲਾਲ ਨੂੰ ਕਿਸਾਨਾਂ ਦਾ ਮਸੀਹਾ ਸਮਝਿਆ ਜਾਂਦਾ ਰਿਹਾ, ਉਹਨਾਂ ਦੇ ਜਿਉਂਦੇ ਜੀ ਉਹਨਾਂ ਦੇ ਨਾਂ ਦੇ ਉੱਤੇ ਬਣੀ ਹੈ ਅਤੇ ਬਣਾਈ ਹੈ ਉਹਨਾਂ ਦੇ ਪੜਪੋਤੇ ਨੇ ਦੁਸ਼ਯੰਤ ਸਿੰਘ ਚੌਟਾਲਾ ਨੇ ਜੀ। ਔਰ ਉਹ ਜਿਹੜੀ ਹੈਗੀ ਉਹਨਾਂ ਦੇ ਕੋਲ 10 ਸੀਟਾਂ ਆ ਗਈਆਂ ਸੀ, 10 MLA ਉਹਨਾਂ ਦੇ ਬਣ ਗਏ ਸੀ ਅਤੇ ਉਹਨਾਂ 10 ਦੀ ਹਮਾਇਤ ਦੇ ਨਾਲ ਭਾਜਪਾ ਨੇ ਆਪਦੀ ਸਰਕਾਰ ਬਣਾਈ ਹੈ ਅਤੇ ਕੁਛ ਆਜ਼ਾਦ ਜਿਹੜੇ ਹੈਗੇ ਹੈ MLA ਉਹ ਵੀ ਆ ਗਏ ਸੀ, ਕਿਉਂਕਿ ਚੌਧਰੀ ਦੇਵੀ ਲਾਲ ਜਿਹੜੇ ਹੈਗੇ ਉਹ ਕਿਸਾਨ ਆਗੂ ਰਹੇ ਹੈ। ਉਸ ਤੋਂ ਬਾਅਦ ਚੌਧਰੀ ਓਮ ਪ੍ਰਕਾਸ਼ ਚੌਟਾਲਾ ਵੀ ਕਿਸਾਨਾਂ ਦੀ ਗੱਲ ਕਰਦੇ ਰਹੇ ਹੈ। ਇਸ ਵਾਸਤੇ ਹਰਿਆਣੇ ਦੇ ਕਿਸਾਨਾਂ ਨੂੰ ਇਹ ਆਸ ਸੀ, ਉਮੀਦ ਸੀ ਕਿ ਘੱਟੋ ਘੱਟ ਉਸ ਖਾਨਦਾਨ ਦਾ ਫਰਜ਼ੰਦ ਜਿਹਦੀ ਹਮਾਇਤ ਦੇ ਨਾਲ ਸਰਕਾਰ ਟਿਕੀ ਹੋਈ ਹੈ ਅਤੇ ਇਸ ਸਰਕਾਰ ਦੇ ਕਿਸਾਨ ਵਿਰੋਧੀ ਪੈਂਤਰੇ ਦੀ ਵਜ੍ਹਾ ਕਾਰਨ ਬੀਜੇਪੀ ਦੇ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਕਿਸਾਨ ਵਿਰੋਧੀ ਪੈਂਤਰੇ ਦੀ ਵਜ੍ਹਾ ਕਾਰਨ ਇਹ ਉਹਨਾਂ ਤੋਂ ਆਪਣੀ ਹਮਾਇਤ ਵਾਪਸ ਲੈ ਲੈਣਗੇ ਔਰ ਉਹ ਸਰਕਾਰ ਡਿੱਗ ਪੈਣੀ ਹੈ ਜੀ। ਔਰ ਮੈਂ ਯਕੀਨਨ ਕਹਿ ਸਕਦਾ ਕਿ ਜੇ ਉਸ ਵੇਲੇ ਦੁਸ਼ਯੰਤ ਸਿੰਘ ਚੌਟਾਲਾ ਨੇ ਹਮਾਇਤ ਵਾਪਸ ਲਈ ਹੁੰਦੀ, ਉਹਨੇ ਗੱਦੀ ਦਾ ਬਹੁਤਾ ਮੋਹ ਨਾ ਕੀਤਾ ਹੁੰਦਾ ਤਾਂ ਨਿਸ਼ਚੈ ਹੀ ਹੈ ਹੁਣ ਤੱਕ ਕਿਸਾਨ ਅੰਦੋਲਨ ਜਿਹੜਾ ਹੈਗਾ ਇਹਨੇ ਕੁਛ ਨਾ ਕੁਛ ਖੱਟੀ ਕਰ ਲੈਣੀ ਸੀਗੀ। ਕੇਂਦਰ ਸਰਕਾਰ ਮਜਬੂਰ ਹੋ ਜਾਂਦੀ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਸਤੇ, ਕਿਉਂਕਿ ਉਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਕਿਸੇ ਸੂਬੇ ਦੇ ਵਿੱਚ ਉਹਨਾਂ ਦੀ ਬਣੀ ਹੋਈ ਸਰਕਾਰ ਟੁੱਟ ਜਾਵੇ, ਕਿਉਂਕਿ ਜਿਹੜੀ ਮੁਹਾਰਤ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਤੇ ਗ੍ਰਹਿ ਮੰਤਰੀ ਦੇ ਕੋਲ, ਇਹਨਾਂ ਨੂੰ ਦੂਜੀਆਂ ਪਾਰਟੀਆਂ ਦੀ ਸਰਕਾਰਾਂ ਤੋੜਨ ਦੀ ਮੁਹਾਰਤ ਹੈ ਅਤੇ ਜੇ ਆਪਦੀ ਸਰਕਾਰ ਟੁੱਟ ਜਾਵੇ ਤਾਂ ਉਹਦੇ ਨਾਲ ਖੁਨਾਮੀ ਜਿਹੜੀ ਹੈ ਬਦਨਾਮੀ ਬਹੁਤ ਜ਼ਿਆਦਾ ਹੋਣੀ ਸੀ ਅਤੇ ਫਿਰ ਇਹਨਾਂ ਨੇ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਉਹ ਤੋਂ ਬਚਣ ਵਾਸਤੇ ਗੱਲ ਜ਼ਰੂਰ ਤੋਰਨੀ ਸੀ, ਅਗਾਂਹ 'ਤੇ ਕੋਈ ਕੰਪਰੋਮਾਈਜ਼ ਹੋ ਸਕਦਾ ਸੀ ਜੀ। ਔਰ ਉਹ ਜਿਹੜਾ ਜਦੋਂ ਬਹਿਸ ਮੁਬਾਸਾ ਹੋਇਆ ਸੀ, ਬਹਿਸ ਮੁਬਾਸੇ ਵੇਲੇ ਪੱਤਰਕਾਰਾਂ ਨੇ ਪੁੱਛ ਲਿਆ ਸੀ ਮਿਸਟਰ ਦਵਿੰਦਰ ਸਿੰਘ ਬੱਬਲੀ ਨੂੰ ਜਿਹੜੇ ਟੋਹਾਣਾ ਤੋਂ MLA ਹੈ ਜੀ ਕਿ ਵੀ ਤੁਹਾਡੀ ਪਾਰਟੀ ਦਾ ਸਟੈਂਡ ਕੀ ਹੋਣਾ ਚਾਹੀਦਾ ਹੈ, ਅਤੇ ਬੱਬਲੀ ਹੋਰਾਂ ਨੇ ਕਿਹਾ ਸੀਗਾ ਕਿ ਇਸ ਵੇਲੇ ਹਾਲਤ ਬਹੁਤ ਮਾੜੀ ਹੈ, ਕਿਸਾਨ ਭਾਈਚਾਰਾ ਸਾਡੇ ਬੜਾ ਖਿਲਾਫ ਹੋ ਗਿਆ, ਉਹ ਇਹਨਾਂ 3 ਕਾਨੂੰਨਾਂ ਦੇ ਖਿਲਾਫ ਹੈ ਅਤੇ ਮੇਰੀ ਸਮਝ ਇਹ ਬਣਦੀ ਹੈ ਕਿ ਸਾਨੂੰ ਇਸ ਸਰਕਾਰ ਤੋਂ ਹਮਾਇਤ ਵਾਪਸ ਲੈ ਲੈਣੀ ਚਾਹੀਦੀ ਹੈ ਜੀ। ਲੇਕਿਨ ਜਦੋਂ ਸਰਕਾਰ ਤੋਂ ਹਮਾਇਤ ਵਾਪਸ ਨਾ ਲਈ ਤਾਂ ਪੱਤਰਕਾਰਾਂ ਨੇ ਫਿਰ ਪੁੱਛਿਆ ਕਿ ਹਮਾਇਤ ਵਾਪਸ ਨਹੀਂ ਲਈ ਅਤੇ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਉਹ ਕਹਿੰਦਾ ਲੋਕ ਸਾਨੂੰ ਡੰਡਿਆਂ ਨਾਲ ਅਤੇ ਡਾਂਗਾਂ ਨਾਲ ਕੁੱਟਣਗੇ,
ਸਾਡਾ ਨੁਕਸਾਨ ਹੋ ਸਕਦਾ ਹੈ ਜੀ। ਤੇ ਮੈਂ ਸਾਡੇ ਸਰੋਤਿਆਂ ਨੂੰ ਯਾਦ ਕਰਵਾ ਦੇਵਾਂ ਕਿ ਉਸ ਵੇਲੇ ਦੇ ਦਵਿੰਦਰ ਬੱਬਰੀ ਨੇ ਕਿਹਾ ਸੀ ਕਿ ਸਾਨੂੰ ਲੋਹੇ ਦੇ ਅੰਡਰਵੀਅਰ, ਲੋਹੇ ਦੀਆਂ ਬਣਾਣਾ, ਲੋਹੇ ਦੇ ਸਾਡੇ ਹੈਟ ਜਿਹਨਾਂ ਨੂੰ ਆਪਾਂ ਟੋਪ ਕਹਿ ਦਿੰਦੇ ਹਾਂ, ਮਤਲਬ ਵੀ ਸਾਰਾ ਕੁਝ ਜਿਹੜਾ ਹੈਗਾ ਸਾਨੂੰ ਬੁਲਟ ਪ੍ਰੂਫ ਕਰਾ ਦਿੱਤਾ ਜਾਵੇ ਤਾਂ ਬਚਾਂਗੇ, ਨਹੀਂ ਲੋਕ ਸਾਨੂੰ ਕੁੱਟਣਗੇ। ਜਿਸ ਬੰਦੇ ਦਾ ਉਦੋਂ ਇਹ ਸਟੈਂਡ ਸੀਗਾ ਤੇ ਹੁਣ ਉਹਦਾ ਸਟੈਂਡ ਬਦਲ ਕਿਵੇਂ ਗਿਆ। ਕੱਲ੍ਹ ਉਹਨੇ ਮਤਲਬ ਹੈ ਵੀ ਜਿਵੇਂ BJP ਵਾਲੇ ਕਿਸਾਨਾਂ ਨੂੰ ਇਰੀਟੇਟ ਕਰਦੇ ਹੈ, ਕਿਸਾਨਾਂ ਦੀ ਇੱਛਾ ਦੇ ਉਲਟ ਸਮਾਗਮਾਂ ਦੇ ਵਿੱਚ ਜਾਂਦੇ ਆ, ਅਤੇ ਕੱਲ੍ਹ ਉਹਨੇ ਵੀ ਅਜਿਹਾ ਹੀ ਕੀਤਾ ਹੈ। ਇਹਦਾ ਵੱਡਾ ਕਾਰਨ ਇਹ ਹੋ ਸਕਦਾ ਹੈ ਵੀ ਕਿਉਂਕਿ ਜਦੋਂ ਇੱਕ ਵਾਰੀ ਬੇਵਸਾ ਹੀ ਮਤਾ ਡਿੱਗ ਪਵੇ ਉਦੋਂ ਸਰਕਾਰ ਨੂੰ 6 ਮਹੀਨੇ ਦਾ ਜੀਵਨਦਾਨ ਮਿਲ ਜਾਂਦਾ ਹੈ। 6 ਮਹੀਨੇ ਤੋਂ ਪਹਿਲਾਂ ਉਹਦੇ ਖਿਲਾਫ ਨੋ ਕਨਫੀਡੈਂਸ ਨਹੀਂ ਆ ਸਕਦਾ, ਉਦੋਂ ਬਾਅਦ ਨੋ ਕਨਫੀਡੈਂਸ ਆਉਂਦਾ ਹੈ। ਇਸ ਕਰਕੇ ਉਹਨਾਂ ਨੂੰ ਇਹ ਤਾਂ ਹੋ ਗਿਆ ਨਾ ਵੀ 6 ਮਹੀਨੇ ਵਾਲੀ ਸਰਕਾਰ ਤਾਂ ਹੈਗੀ ਹੈ, 2-3 ਮਹੀਨੇ ਤਾਂ ਹੋ ਹੀ ਗਏ, ਟੱਪੇ ਨੂੰ ਤਾਂ 2-3 ਮਹੀਨੇ ਹੋ ਰਹੇ ਕਿ ਆਪਾਂ ਆਪਦੀਆਂ ਝੰਮਦੀਆਂ ਚਲਾ ਲਓ। ਕੱਲ੍ਹ ਜਦੋਂ ਉਹ ਕਿਤੇ ਵੈਕਸੀਨੇਸ਼ਨ ਹੋ ਰਹੀ ਸੀ ਕਿਸੇ ਸਕੂਲ ਦੇ ਵਿੱਚ ਜਾਂ ਕਿਸੇ ਸਾਂਝੀ ਜਗ੍ਹਾ 'ਤੇ, ਉੱਧਰ ਨੂੰ ਜਾ ਰਿਹਾ ਸੀ, ਕਿਸਾਨਾਂ ਨੂੰ ਪਤਾ ਲੱਗ ਗਿਆ, ਕਿਸਾਨਾਂ ਨੇ ਵਿਰੋਧ ਕੀਤਾ। ਜਦੋਂ ਵਿਰੋਧ ਕੀਤਾ, ਕਿਸਾਨਾਂ ਨੇ ਉਹਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਹ ਇਲਜ਼ਾਮ ਲਾਇਆ ਕਿ ਕਿਸਾਨਾਂ ਨੇ ਮੇਰੀ ਗੱਡੀ ਦੇ ਵਿੱਚ 1 ਵਾਰੀ ਨਹੀਂ 3 ਵਾਰੀ ਗੱਡੀ ਮਾਰੀ ਹੈ। ਅੱਛਾ ਜੀ। ਮੇਰੀ ਗੱਡੀ ਨੂੰ ਉਲਟਾਉਣ ਦਾ ਯਤਨ ਕੀਤਾ, ਇਹ ਗੱਲ ਕਹੀ। ਕਿਸਾਨਾਂ ਨੇ ਜਦੋਂ ਉਹਨੂੰ ਰੋਕਿਆ, ਉਹਦਾ ਵਿਰੋਧ ਕੀਤਾ ਤਾਂ ਉਹਨੇ ਵਾਹਾਂ ਚੜਾਈਆਂ ਅਤੇ ਵਾਹਾਂ ਚੜਾ ਕੇ ਕਿਸਾਨਾਂ ਨੂੰ ਚੁਣੌਤੀ ਵੀ ਦਿੱਤੀ ਵੀ ਅੱਗੇ ਆ ਜਾਓ। ਗੱਲ ਇੱਥੇ ਨਹੀਂ ਮੁੱਕੀ, ਸਗੋਂ ਉਹਨੇ ਮਾਵਾਂ ਤੇ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ। ਅੱਛਾ ਜੀ। ਔਰ ਉਹ ਗਾਲਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹਦੀਆਂ ਵੀਡੀਓਜ਼ ਆ ਉਹ ਵਾਇਰਲ ਵੀ ਹੋਈਆਂ ਵੀ। ਔਰ ਫਿਰ ਕਿਸਾਨ ਬਹੁਤ ਜ਼ਿਆਦਾ ਉਤੇਜਿਤ ਹੋ ਗਏ। ਪਰ ਇਹ ਤੋਂ ਪਹਿਲਾਂ ਕਿ ਉਹਦਾ ਕੋਈ ਹੋਰ ਫਿਜ਼ੀਕਲ ਨੁਕਸਾਨ ਹੁੰਦਾ, ਪੁਲਿਸ ਨੇ ਉਹਨੂੰ ਬੜੀ ਨਿਮਰਤਾ ਦੇ ਨਾਲ ਉੱਥੋਂ ਮੌਕੇ ਤੋਂ ਭੇਜਿਆ ਕਿ ਤੁਸੀਂ ਜਾਓ ਜੀ। ਔਰ ਇਹਦਾ ਪ੍ਰਤੀਕਰਮ ਬੜਾ ਤਿੱਖਾ ਹੋਇਆ ਕਿਸਾਨ ਲਹਿਰ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ। ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣੇ ਦੇ ਕਿਸਾਨ ਆਗੂ ਹੈ, ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਇਹਨੇ ਬਹੁਤ ਮਾੜੀ ਗੱਲ ਕੀਤੀ ਹੈ, ਧੀਆਂ ਭੈਣਾਂ ਦੀ ਇਹਨੇ ਜਿਹੜੀ ਹੈ ਗਾਲਾਂ ਕੱਢੀਆਂ। ਇਸ ਲਈ ਨਾਲ ਦੀ ਨਾਲ ਹੀ ਇਹ ਹੁਕਮ ਹੋ ਗਿਆ ਕਿ ਜਾਮ ਕਰ ਦਿਓ ਜੀ। ਨੈਸ਼ਨਲ ਹਾਈਵੇ ਵਗੈਰਾ ਉਹਨਾਂ ਨੇ ਜਾਮ ਕਰਤੇ। ਔਰ ਅੱਜ ਫਿਰ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਇਹਦਾ ਘਿਰਾਓ ਕਰਾਂਗੇ। ਮੇਰਾ ਖਿਆਲ ਹੈ ਵੀ ਇਹ ਘਿਰਾਓ ਵਾਲਾ ਸਿਲਸਿਲਾ ਹੋਊਗਾ। ਔਰ ਇੱਥੇ ਆਪਾਂ ਨੂੰ ਇਹ ਵੇਖਣੀ ਪੈਣੀ ਹੈ ਕਿ ਅਸਲ ਦੇ ਵਿੱਚ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ JJP ਹੋਵੇ, ਇਹ ਜਾਣ ਬੁੱਝ ਕੇ ਕਿਸਾਨਾਂ ਨੂੰ ਉਤੇਜਿਤ ਕਰ ਰਹੇ ਹੈ, ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਕਿਸਾਨਾਂ ਨੂੰ ਸ਼ਾਇਦ BJP ਦੀ ਜਿਹੜੀ ਹੈ ਸੈਂਟਰਲ ਲੀਡਰਸ਼ਿਪ ਉਹਨਾਂ ਤੋਂ ਸ਼ਾਬਾਸ਼ੀ ਲੈਣ ਵਾਸਤੇ ਇਸ ਕਿਸਮ ਦੀ ਗੱਲ ਕਰਦੇ ਹੈ। ਸਗੋਂ ਨਹੀਂ ਕਰਨੀ ਚਾਹੀਦੀ। ਜਦੋਂ ਪਤਾ ਇਸ ਗੱਲ ਦਾ ਕਿ ਇਹ ਚੀਜ਼ ਇਰੀਟੇਟ ਕਰਦੀ ਹੈ, ਉਹ ਬੈਠੇ ਆਪਣਾ ਆਰਾਮ ਨਾਲ ਉਹਨੂੰ ਬੈਠੇ ਰਹਿਣ ਦਿਓ, ਤੁਸੀਂ ਉਹਨਾਂ ਨੂੰ ਉਤੇਜਿਤ ਨਾ ਕਰੋ। ਇਹ ਜਾਣ ਬੁੱਝ ਕੇ ਉਤੇਜਿਤ ਕਰਦੇ ਆ ਅਤੇ ਮਾਮਲਾ ਲਾ ਐਂਡ ਆਰਡਰ ਦਾ ਬਣਾਉਣਾ ਚਾਹੁੰਦੇ ਹੈ ਜੀ। ਸੋ ਇਹ ਤਾਂ ਸੀ ਖਬਰ ਹਰਿਆਣਾ ਦੀ। ਹੁਣ ਆਪਾਂ ਥੋੜ੍ਹਾ ਜਿਹਾ ਪੰਥਕ ਹਲਕਿਆਂ ਦੀ ਖਬਰ ਲਵਾਂਗੇ ਅਤੇ ਖਬਰ ਹੈ ਜੀ ਬੇਅਦਬੀ ਕਾਂਡ। ਉਸ ਮਾਮਲੇ ਦੇ ਵਿੱਚ 1 ਜੁਲਾਈ ਤੋਂ ਪੱਕੇ ਮੋਰਚੇ ਲਾਉਣ ਦਾ ਐਲਾਨ ਹੋ ਗਿਆ ਜੀ। ਬਿਲਕੁਲ ਜੀ। 1 ਜੂਨ 2015 ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਜਿਹੜੀ ਹੈ ਉਹ ਚੋਰੀ ਹੋਈ ਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਜੀ। ਔਰ ਜਦੋਂ ਉਹ ਚੋਰੀ ਹੋਇਆ, ਉਹ ਤੋਂ ਅਗਲੇ ਦਿਨਾਂ ਦੇ ਵਿੱਚ ਫਿਰ ਉੱਥੇ ਪੋਸਟਰ ਲੱਗਦੇ ਜਿਨ੍ਹਾਂ ਦੇ ਰਾਹੀਂ ਸਿੱਖ ਪੰਥ ਨੂੰ ਚੁਣੌਤੀ ਦਿੱਤੀ ਗਈ ਸੀ ਜੀ। ਗੱਲ ਵੱਧਦੀ ਹੈ 1 ਜੂਨ ਤੋਂ ਲੈ ਕੇ ਤੇ 12 ਅਕਤੂਬਰ ਆ ਜਾਂਦਾ 2015 ਦਾ, ਅਤੇ ਫਿਰ 12 ਅਕਤੂਬਰ ਨੂੰ ਜਿਹੜੀ ਹੈਗੀ ਹੈ ਬੇਅਦਬੀ ਹੁੰਦੀ ਹੈ। ਜੇ ਆਪਾਂ ਬੇਅਦਬੀ ਦੀ ਗੱਲ ਕਰੀਏ ਤਾਂ ਬੇਅਦਬੀ ਦੀਆਂ 3 ਘਟਨਾਵਾਂ ਵਾਪਰਦੀਆਂ। ਪਹਿਲੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਣਾ, ਦੂਜਾ ਚੁਣੌਤੀ ਦਿੰਦੇ ਪੋਸਟਰ ਲਾਉਣਾ, ਤੀਜਾ ਜਿਹੜਾ ਹੈਗਾ ਅੰਗਾਂ ਦੀ ਬੇਅਦਬੀ ਹੋਣੀ, ਅੰਗਾਂ ਦਾ ਚੀਰ ਫਾੜ ਕਰਨੀ ਅਤੇ ਗਲੀਆਂ ਦੇ ਵਿੱਚ ਉਹਨਾਂ ਨੂੰ ਸੁੱਟਣਾ। ਇਹ 3 ਕੇਸ ਜਿਹੜੇ ਸੀ, ਇਹ 3 ਕੇਸ ਹੋਏ ਆ 1 ਜੂਨ ਤੋਂ ਲੈ ਕੇ 2015 ਦੇ 12 ਅਪ੍ਰੈਲ ਤੱਕ, 12 ਅਕਤੂਬਰ ਤੱਕ। ਅਤੇ ਫਿਰ ਜਿਹੜੀ ਹੈਗੀ ਹੈ 14 ਅਕਤੂਬਰ ਨੂੰ ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੋਇਆ ਅਤੇ ਬਾਈਬਲ ਕਲਾਂ ਗੋਲੀ ਕਾਂਡ ਹੋਇਆ ਜੀ। ਸੋ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬੇਅਦਬੀ ਦੀ ਸ਼ੁਰੂਆਤ ਜਿਹੜੀ ਹੋਈ ਹੈ ਉਹ 6 ਸਾਲ ਪਹਿਲਾਂ ਹੋਈ ਸੀ 1 ਜੂਨ ਨੂੰ ਜੀ। ਔਰ ਇਸ ਮੌਕੇ ਦੇ ਉੱਤੇ 2 ਫੰਕਸ਼ਨ ਕੱਲ੍ਹ ਹੋਏ ਹੈ, 2 ਇਕੱਤਰਤਾਵਾਂ ਹੋਈਆਂ, 2 ਇਕੱਠ ਹੋਈ ਹੈ। ਬਿਲਕੁਲ ਜੀ। ਇੱਕ ਇਕੱਠ ਤਾਂ ਗੁਰਦੁਆਰਾ ਜਿਹੜਾ ਹੈਗਾ ਬੁਰਜ ਜਵਾਹਰ ਸਿੰਘ ਵਾਲਾ ਉੱਥੇ ਹੋਇਆ, ਉੱਥੇ ਅਰਦਾਸ ਹੋਈ ਹੈ। ਉਸ ਅਰਦਾਸ ਦੇ ਵਿੱਚ ਬੜੀਆਂ ਨਾਮਵਰ ਸ਼ਖਸੀਅਤਾਂ ਗਈਆਂ, ਜਿਹੜੇ ਜਥੇਦਾਰ ਰਣਜੀਤ ਸਿੰਘ ਬਰਮਪੁਰਾ, ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂ ਵਾਲੀਆ ਔਰ ਸਾਰੇ ਪੰਜਾਬ ਦੇ ਵਿੱਚੋਂ ਜਿਹੜੇ ਹੈਗੇ ਪੰਥਕ ਲੋਕ ਉੱਥੇ ਗਏ ਹੈ। ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਵੀ ਹੈ, ਜਿਹੜੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਆਗੂ ਉਹ ਵੀ ਗਏ, ਬੀਬੀ ਬਲਜਿੰਦਰ ਕੌਰ ਵੀ ਗਈ MLA ਹੈ ਤਲਵੰਡੀ ਸਾਬੋ ਤੋਂ, ਪ੍ਰੋਫੈਸਰ ਸਾਧੂ ਸਿੰਘ ਜਿਹੜੇ ਸਾਬਕਾ MPA ਫਰੀਦਕੋਟ ਤੋਂ ਉਹ ਵੀ ਗਏ ਜੀ। ਔਰ ਜਿਹੜੇ ਹੈਗੇ ਕੋਟਕਪੂਰਾ ਦੇ MLA ਸੰਧਵਾ ਸਾਹਿਬ ਉਹ ਵੀ ਗਏ। ਕਾਫੀ ਸਾਰੇ ਉੱਥੇ ਲੋਕ ਗਏ ਸੀ
ਔਰ ਕੁਛ ਲੋਕ ਜਿਹੜੇ ਹੈਗੇ ਆ, ਜਿਹੜੇ 2 ਬੰਦੇ ਸ਼ਹੀਦ ਹੋਏ ਸੀ, ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਉਹਨਾਂ ਦੇ ਘਰਾਂ ਦੇ ਵਿੱਚ ਵੀ ਅਫਸੋਸ ਕਰਕੇ ਆਏ। ਇਹ ਇਕੱਠ ਤਾਂ ਹੋਇਆ ਬੁਰਜ ਜਵਾਹਰ ਸਿੰਘ ਵਾਲਾ। ਔਰ ਇਸ ਜਿਹੜਾ ਇਕੱਠ ਦੇ ਵਿੱਚ ਜਿਹੜੀ ਅਰਦਾਸ ਹੈ, ਅਰਦਾਸ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਵੀ ਹੋਏ ਸੀ। ਦੂਜੀ ਇਕੱਤਰਤਾ ਜਿਹੜੀ ਹੋਈ ਹੈ, ਜਾਂ ਦੂਜਾ ਜਿਹੜਾ ਪੰਥਕ ਇਕੱਠ ਹੋਇਆ, ਉਹ ਹੋਇਆ ਬਰਗਾੜੀ ਪਿੰਡ ਦੇ ਵਿੱਚ। ਜੀ ਆਪਾਂ ਇਹ ਜਾਣਦੇ ਕਿ ਬਰਗਾੜੀ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪੋਸਟਰ ਲੱਗੇ ਸੀ, ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਗਲੀਆਂ ਦੇ ਵਿੱਚ ਸੁੱਟੇ ਗਏ ਸੀ। ਇਸ ਲਈ ਜਿਹੜਾ ਇਸ ਸਾਰੇ ਘਟਨਾਕ੍ਰਮ ਦਾ ਜਿਹੜਾ ਕੇਂਦਰ ਹੈ, ਉਹ ਬਰਗਾੜੀ ਬਣਦਾ ਹੈ। ਤੇ ਬਰਗਾੜੀ 'ਚ ਤੁਹਾਡੇ ਇਹ ਵੀ ਯਾਦ ਹੋਣਾ ਹੈ ਕਿ 12 ਅਕਤੂਬਰ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਅੰਗ ਖਿਲਾਰੇ ਗਏ ਸੀ, ਉਦੋਂ ਉੱਥੇ ਹੀ ਸਭ ਤੋਂ ਪਹਿਲੀ ਇਕੱਤਰਤਾ ਹੋਈ ਸੀ। ਉਸ ਇਕੱਤਰਤਾ ਦੌਰਾਨ ਅੰਗਾਂ ਨੂੰ ਇਕੱਠਿਆਂ ਕਰਕੇ ਪਾਲਕੀ ਸਾਹਿਬ ਦੇ ਵਿੱਚ ਰੱਖਿਆ ਗਿਆ ਸੀ। ਫਿਰ ਉੱਥੋਂ ਹੀ ਸ਼ੁਰੂਆਤ ਹੋਈ ਸੀ ਕੋਟਕਪੂਰਾ ਵੱਲ ਨੂੰ ਜਾਣ ਦੀ, ਜਦੋਂ ਲੋਕ ਧਰਨੇ ਤੇ ਬੈਠੇ ਸੀ। ਜੇ ਉੱਥੋਂ ਅੱਗੇ ਆਪਾਂ ਦੇਖੀਏ ਤਾਂ ਫਿਰ ਜਿਹੜੀ ਹੈ, ਜਿਹੜਾ ਬਰਗਾੜੀ ਮੋਰਚਾ ਆਪਾਂ ਕਹਿੰਦੇ, ਤੇ ਬਰਗਾੜੀ ਮੋਰਚੇ ਦੀ ਸ਼ੁਰੂਆਤ ਵੀ ਇਸੇ ਬਰਗਾੜੀ ਪਿੰਡ ਤੋਂ ਹੋਈ ਸੀ। ਜੀ ਉਦੋਂ ਭਾਈ ਧਿਆਨ ਸਿੰਘ ਮੰਡ ਜਿਹੜੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਬਣਾਏ ਹੋਏ, ਜਿਹਨੂੰ ਆਪਾਂ ਪੈਰਲਲ ਕਹਿ ਦਿੰਦੇ ਹਾਂ, ਸਮਾਨਾਂਤਰ ਜਥੇਦਾਰ ਕਹਿ ਦਿੰਦੇ ਹਾਂ, ਜਾਂ ਮੁਤਵਾਜੀ ਜਥੇਦਾਰ ਕਹਿ ਦਿੰਦੇ ਹਾਂ, ਉਹਨਾਂ ਨੇ ਹੀ ਇਹਦੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਔਰ ਉਸ ਅੰਦੋਲਨ ਨੂੰ ਸਾਰੇ ਪੰਜਾਬ ਦੇ ਵਿੱਚ ਬਹੁਤ ਭਰਮਾ ਹੁੰਗਾਰਾ ਮਿਲਿਆ ਸੀ। ਬੜੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਆ ਕੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ। ਬੜੇ ਬੜੇ ਲੰਬੇ ਮਾਰਚ ਹੋਏ ਸੀ, ਔਰ ਇੱਕ ਕਿਸਮ ਦਾ ਜਿਹੜਾ ਹੈਗਾ ਕੇਂਦਰ ਬਣ ਗਿਆ ਸੀ, ਵਿਰੋਧ ਦਾ ਕੇਂਦਰ ਬਣਿਆ ਹੋਇਆ ਸੀ ਬਰਗਾੜੀ। ਤੇ ਫਿਰ ਅਚਨਚੇਤ ਜਿਹੜਾ ਹੈਗਾ ਉਹ ਮੋਰਚਾ ਚੱਕਿਆ ਵੀ ਜਾਂਦਾ। ਉਦੋਂ ਚੱਕਿਆ ਜਾਂਦਾ ਜਦੋਂ 3-4 ਵਜ਼ੀਰ ਆ ਗਏ, ਜਿਨ੍ਹਾਂ ਦੇ ਵਿੱਚੋਂ 2 ਕੈਬਨਿਟ ਮੰਤਰੀ ਸੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਔਰ ਸੁਖਜਿੰਦਰ ਸਿੰਘ ਰੰਧਾਵਾ। ਉਹਦੇ 'ਚ ਕਿੱਕੀ ਢਿੱਲੋਂ ਵੀ ਸੀ, ਇੱਕ ਅੱਧਾ ਕੋਈ ਹੋਰ ਵੀ ਸੀਗਾ। ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਤੁਹਾਡੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ, ਤੁਸੀਂ ਮਤਲਬ ਜਿਹੜਾ ਹੈਗਾ ਇਹ ਮੋਰਚਾ ਉਠਾ ਲਓ। ਤੇ ਉਹਨਾਂ ਨੇ ਮੋਰਚਾ ਉਠਾਉਣਾ ਮੰਨ ਲਿਆ ਸੀ। ਉਹ ਮੋਰਚਾ ਉੱਠ ਖਲੋਤਾ ਸੀ। ਉਦੋਂ ਜਿਹੜਾ ਸ਼ਿਓਰਿਟੀ ਦਿੱਤੀ ਸੀ, ਫਿਰ ਇਹ ਉਹਦਾ ਨਤੀਜਾ ਹੀ ਹੋਇਆ ਕਿ ਅੱਜ ਜਿਹੜਾ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਹੈ, ਇਸ ਕਾਟੋ ਕਲੇਸ਼ ਦੇ ਵਿੱਚ ਕਈ ਬੰਦੇ ਤਾਂ ਉਹ ਹੈ ਜਿਹੜੇ ਰਾਜ ਭਾਗ ਭਾਲਦੇ, ਤੇ ਕੁਛ ਇੱਕ ਬੰਦੇ ਉਹ ਹੈ ਜਿਹੜੇ ਜਵਾਬਦੇਹ ਆ ਲੋਕਾਂ ਨੂੰ ਕਿ ਅਸੀਂ ਕੀ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਇੰਟਰਵਿਊ ਸੁਣੀ ਸੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ, ਤੇ ਰੰਧਾਵਾ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਤ੍ਰਿਪਤ ਰਜਿੰਦਰ ਬਾਜਵਾ ਜਾ ਰਿਹਾ ਬਰਗਾੜੀ, ਤੇ ਤੂੰ ਵੀ ਇਹਦੇ ਨਾਲ ਜਾ ਕੇ ਤੁਸੀਂ ਉਹਨਾਂ ਨੂੰ ਗਰੰਟੀ ਦਿਓ ਮੇਰੇ ਵੱਲੋਂ ਕਿ ਜੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ, ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ, ਇਨਸਾਫ ਦਵਾਇਆ ਜਾਊਗਾ। ਤੇ ਉਹ ਕਹਿੰਦੇ ਵੀ ਜਦੋਂ ਇਨਸਾਫ ਨਹੀਂ ਮਿਲਿਆ ਤੇ ਫਿਰ ਸਿੱਖ ਪ੍ਰਚਾਰਕਾਂ ਨੇ ਧਰਨੇ ਮਾਰਨੇ ਸ਼ੁਰੂ ਕਰਤੇ ਸੀ। ਤੇ ਉਸ ਵੇਲੇ ਕਹਿੰਦਾ ਸੰਗਤ ਨੇ ਮੇਰੇ ਘਰ ਦੇ ਸਾਹਮਣੇ ਵੀ ਧਰਨਾ ਮਾਰਿਆ ਸੀ। ਬਿਲਕੁਲ ਜੀ। ਔਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਸ਼ਬਦ ਗਾ ਰਹੇ ਸੀ, ਕਹਿੰਦਾ ਮੇਰੇ ਘਰ ਦੇ ਸਾਹਮਣੇ ਵੀ ਕੁੱਤਾ ਰਾਜ ਬਹਾਈਏ ਮੁੜ ਚੱਕੀ ਚੱਟੇ। ਇਸ ਕਿਸਮ ਦੀ ਜਿਹੜੇ ਉਹਨਾਂ ਨੇ ਜੋ ਸ਼ਬਦ ਬੋਲੇ ਸੀ, ਤੇ ਕਹਿੰਦਾ ਵੀ ਉਸ ਚੀਜ਼ ਨੇ ਮੈਨੂੰ ਜਿਹੜਾ ਬਲੂੰਦਰਿਆ, ਮੇਰਾ ਹਿਰਦੇ ਨੂੰ ਬਲੂੰਦਰਿਆ। ਔਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦਾ। ਮੇਰੀ ਹੋਰ ਕੋਈ ਮੰਗ ਨਹੀਂ, ਮੇਰਾ ਕੋਈ ਧੜਾ ਨਹੀਂ, ਮੈਂ ਹੋਰ ਕੁਛ ਨਹੀਂ ਕਰਦਾ। ਔਰ ਉਸ ਬੰਦੇ ਨੇ ਤੁਹਾਨੂੰ ਪਤਾ ਕੈਬਨਿਟ ਦੇ ਵਿੱਚ ਆਪਣੇ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਸੀ। ਇਕੱਲੀ ਪੇਸ਼ਕਸ਼ ਨਹੀਂ ਕੀਤੀ, ਸਗੋਂ ਲਿਖ ਕੇ ਅਸਤੀਫਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਜਿਹੜਾ ਉਹਨਾਂ ਨੇ ਫਾੜਤਾ ਸੀ। ਸੋ ਇਹ ਬਹੁਤ ਵੱਡਾ ਕੇਂਦਰ ਆ ਬਰਗਾੜੀ। ਤੇ ਕੱਲ੍ਹ ਫਿਰ ਜਿਹੜਾ ਬਰਗਾੜੀ ਇਕੱਠ ਹੋਇਆ, ਉਸ ਬਰਗਾੜੀ ਵਾਲੇ ਇਕੱਠ ਦੇ ਵਿੱਚ ਕਈ ਪੰਥਕ ਧਿਰਾਂ ਸਾਹਿਬ ਸ਼ਾਮਲ ਹੋਈਆਂ ਸੀ। ਅਕਾਲੀ ਦਲ ਅੰਮ੍ਰਿਤਸਰ ਵੀ ਸੀ। ਬਲਜੀਤ ਸਿੰਘ ਦਾਦੂਵਾਲ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰਿਆਣੇ ਦੀ ਹੈ ਪੈਰਲਲ, ਉਹਦੇ ਪ੍ਰਧਾਨ ਵੀ ਹੈ, ਉਹ ਵੀ ਸੀਗੇ। ਔਰ ਉਹਦੇ ਵਿੱਚ ਯੂਨਾਈਟਿਡ ਅਕਾਲੀ ਦਲ ਵਾਲੇ ਵੀ ਸੀ। ਉੱਥੇ ਬੈਠ ਕੇ ਗੱਲ ਇਹ ਕਰਨੀ ਸੀ ਵੀ ਪੰਥਕ ਵਿਚਾਰਾਂ ਕਰਨੀਆਂ, ਪਰ ਉੱਥੇ ਕੱਲ੍ਹ ਆਪਸ ਵਿੱਚ ਇਹਨਾਂ ਦੀ ਤਕਰਾਰਬਾਜ਼ੀ ਵੀ ਹੋਈ ਹੈ ਜੀ। ਯੂਨਾਈਟਿਡ ਅਕਾਲੀ ਦਲ ਦੇ ਇੱਕ ਵਿਅਕਤੀ ਨੇ ਉੱਠ ਕੇ ਕਹਿ ਦਿੱਤਾ ਕਿ ਜਦੋਂ ਭਾਸ਼ਣ ਕਰ ਰਿਹਾ ਸੀ ਕਿ ਜੀ ਸਾਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਗੱਲਾਂ ਇਹ ਹੋ ਰਹੀਆਂ ਸੀ ਕਿ ਇੱਕ ਲੀਡਰ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ। ਉਹ ਕਹਿੰਦਾ ਵੀ ਇੱਕ ਲੀਡਰ ਤੇ ਪਹਿਲਾਂ ਵੀ ਵਿਸ਼ਵਾਸ ਕੀਤਾ ਸੀ, ਪਰ ਉਹ ਮੋਰਚਾ ਕਿਵੇਂ ਚੱਕਿਆ ਗਿਆ, ਇਹ ਸਵਾਲ ਉਠਾਤਾ। ਤੇ ਨਾਲ ਦੀ ਨਾਲ ਹੀ ਇਹਦਾ ਫਿਰ ਵਿਰੋਧ ਕੀਤਾ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਜਿਹੜੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹੈ ਪਰਮਿੰਦਰ ਸਿੰਘ ਵਾਲਿਆਂ ਵਾਲੀ, ਉਹਨਾਂ ਨੇ ਕਿਹਾ ਉਹਨਾਂ ਨੂੰ ਕਿ ਇੱਕ ਇਕੱਲਾ ਉਹ ਨਹੀਂ ਉੱਠਿਆ, ਸਗੋਂ ਤੁਹਾਡੀ ਜਿਹੜੀ ਜਥੇਬੰਦੀ ਹੈ ਉਹਦੀ ਵੀ ਸਹਿਮਤੀ ਸੀ। ਔਰ ਉਹਨੇ ਨਾਲ ਅੱਗੇ ਇਹ ਗੱਲ ਕਹੀ ਹੈ ਕਿ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਤੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਆਈ ਸੀ। ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਸੀ ਕਿ ਅਸੀਂ ਤਾਂ 1 ਮਹੀਨਾ ਪਹਿਲਾਂ ਹੀ ਚਾਹੁੰਦੇ ਸੀ ਕਿ ਜਥੇਦਾਰ ਮੰਡ ਹੈ ਜਿਹੜੇ ਧਰਨਾ ਚੁੱਕ ਲੈਣ। ਸੋ ਧਰਨਾ ਚੁਕਵਾਉਣ ਦੇ ਵਿੱਚ ਤੁਹਾਡੀ ਉੱਥੇ ਤੂੰ ਮੈਂ ਵਾਵਾ ਹੋਈ ਹੈ। ਕੋਸ਼ਿਸ਼ ਕੀਤੀ ਗਈ ਸੀ ਕਿ ਮੀਡੀਆ ਤੋਂ ਬਚਿਆ ਜਾਵੇ, ਲੇਕਿਨ ਮੀਡੀਆ ਵਾਲੇ ਕੁਛ ਉੱਥੇ ਸੀਗੇ। ਔਰ ਇਹ ਚੀਜ਼ ਅੱਜ ਕੱਲ੍ਹ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ 'ਤੇ ਆਮ ਚੱਲ ਰਹੀ ਹੈ, ਬਿਲਕੁਲ ਜੀ, ਡਿਜੀਟਲ ਮੀਡੀਆ 'ਤੇ ਚੱਲ ਰਹੀ ਹੈ। ਖਾਸ ਕਰਕੇ ਜੇ ਆਪਾਂ ਦੇਖੀਏ ਤਾਂ ਜਿਹੜਾ ਡੇਲੀ ਪੋਸਟ ਹੈ, ਜਿਹਨੂੰ ਸਮਝਿਆ ਜਾਂਦਾ ਕਿ ਬਾਦਲ ਪਰਿਵਾਰ ਦੇ ਨੇੜਲਾ ਚੈਨਲ ਹੈ, ਉਹਦੇ ਉੱਤੇ ਕਾਫੀ ਉਹਨੂੰ ਦਿਖਾਇਆ ਜਾ ਰਿਹਾ ਹੈ ਜੀ। ਸੋ ਉੱਥੇ ਬੈਠ ਕੇ ਫਿਰ ਜਿਹੜੀਆਂ ਗੱਲਾਂ ਬਾਤਾਂ ਹੋਈਆਂ, ਕੱਲ੍ਹ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਐਲਾਨ ਕਰ ਦਿੱਤਾ ਕਿ ਜੇ
1 ਜੁਲਾਈ ਤੱਕ, ਕਿਉਂਕਿ 1 ਜੂਨ ਨੂੰ ਇਹ ਧਰਨਾ ਸੀ, 1 ਜੁਲਾਈ ਤੱਕ 1 ਮਹੀਨੇ ਦਾ ਉਹਨਾਂ ਨੇ ਅਲਟੀਮੇਟਮ ਦਿੱਤਾ ਕਿ ਜੇ 1 ਮਹੀਨੇ ਤੱਕ ਬੇਅਦਬੀ ਕਰਨ ਵਾਲੇ ਤੇ ਬੇਅਦਬੀ ਵਾਲਿਆਂ ਨੂੰ ਬਚਾਉਣ ਵਾਲਿਆਂ ਨੂੰ ਫੜ ਕੇ ਅੰਦਰ ਨਾ ਬੰਦ ਕੀਤਾ ਤਾਂ ਫਿਰ ਅਸੀਂ ਇੱਥੋਂ ਮੋਰਚਾ ਲਾ ਦੇਵਾਂਗੇ। ਉਹਨਾਂ ਨੇ ਮੋਰਚੇ ਦਾ ਕੱਲ੍ਹ ਜਿਹੜਾ ਹੈਗਾ ਉਹ ਐਲਾਨ ਕਰਤਾ ਹੈ। ਮੋਰਚਾ ਕਿਹੋ ਜਿਹਾ ਲੱਗਦਾ, ਕੀ ਲੱਗਦਾ ਹੈ, ਲੇਕਿਨ ਮੈਨੂੰ ਲੱਗਦੀ ਇਹ ਹੈ ਕਿ ਜਿਹੜਾ ਇੱਕ ਵਾਰੀ ਵਿਸ਼ਵਾਸ ਲੋਕਾਂ ਦਾ ਟੁੱਟ ਜੇ ਨਾ, ਫਿਰ ਦੁਬਾਰਾ ਬਣਦਾ ਨਹੀਂ ਹੁੰਦਾ। ਕਿਉਂਕਿ ਜਦੋਂ ਭਾਈ ਧਿਆਨ ਸਿੰਘ ਮੰਡ ਹੋਰੀ ਬੈਠੇ ਤੇ ਉਦੋਂ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਸੀ, ਵਿਦੇਸ਼ਾਂ ਦੇ ਵਿੱਚੋਂ ਵੀ ਬੜੀ ਮਤਲਬ ਜਿਹੜੀ ਆ ਉਸ ਮੋਰਚੇ ਨੂੰ ਹਮਾਇਤ ਮਿਲੀ ਸੀ, ਲੇਕਿਨ ਬਗੈਰ ਕੋਈ ਮੰਗ ਮਨਵਾਇਆ ਜਦੋਂ ਉਹ ਮੋਰਚਾ ਜਿਹੜਾ ਹੈਗਾ ਸਮੇਟਤਾ ਸੀ ਤਾਂ ਉਹਦਾ ਕਰਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਵੀ ਪੈਦਾ ਹੋਇਆ ਤੇ ਨਿਰਾਸ਼ਾ ਵੀ ਪੈਦਾ ਹੋਈ ਹੈ। ਬਿਲਕੁਲ ਜੀ। ਸੋ ਇਹ ਤਾਂ ਸੀ ਜੀ ਬੇਅਦਬੀ ਕਾਂਡ ਦੇ ਮਾਮਲੇ ਦੇ ਵਿੱਚ ਜਿਹੜਾ ਹੈ ਮੋਰਚੇ ਦਾ ਐਲਾਨ। ਸੋ ਇਸੇ ਮਾਮਲੇ ਨਾਲ ਜੁੜੀ ਅਗਲੀ ਖਬਰ ਹੈ ਕਿ ਕੋਟਕਪੂਰਾ ਤੇ ਬੇਅਦਬੀ ਕਾਂਡ, ਇਸ ਮਾਮਲੇ ਦੇ ਵਿੱਚ ਜਿਹੜੀ ਪੜਤਾਲ ਹੈ ਉਹ ਤੇਜ਼ ਹੋ ਗਈ ਹੈ ਜੀ। ਸੋ ਤੇਜ਼ ਕਿਵੇਂ ਹੋਈ ਹੈ ਇਹ ਪੜਤਾਲ? ਬਿਲਕੁਲ ਜੀ, ਤੇਜ਼ ਇਹ ਹੋਈ ਹੈ ਕਿ ਜਿਹੜੀ ਕੋਟਕਪੂਰਾ ਗੋਲੀ ਕਾਂਡ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਜਿਹੜਾ ਮਾਣਯੋਗ ਹਾਈ ਕੋਰਟ ਨੇ ਬੇਅਦਬੀ ਨਾਲ ਸੰਬੰਧਿਤ ਸਾਰੇ ਮਾਮਲਿਆਂ ਦਾ ਹੀ ਭੋਗ ਪਾਤਾ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਰੇ ਮਾਮਲਿਆਂ ਦਾ ਭੋਗ ਨਹੀਂ ਪਿਆ ਜੀ। ਬੇਅਦਬੀ ਕਾਂਡ ਜਿਹੜੀ ਜਾਂਚ ਕਮੇਟੀ ਪਹਿਲਾਂ ਕਰਦੀ ਸੀ, SIT ਕਰਦੀ ਸੀ, ਉਸੇ ਕੋਲ ਹੀ ਹੈ। ਅੱਛਾ ਜੀ। ਜੇ SPS ਪਰਮਾਰ, ਸੁਰਿੰਦਰਪਾਲ ਸਿੰਘ ਪਰਮਾਰ ਇਸ ਵੇਲੇ ਬੇਅਦਬੀ ਕਾਂਡ ਜਿਹੜੀ ਹੈਗੀ ਹੈ, ਜਿਹੜੀ ਮੈਂ 3 ਮੁਕੱਦਮਿਆਂ ਦੀ ਗੱਲ ਕਰਦਾ, 1 ਮੁਕੱਦਮਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੀ ਚੋਰੀ ਹੋਣੀ, ਦੂਜਾ ਇਸ਼ਤਿਹਾਰ ਲੱਗਣਾ ਤੇ ਤੀਜੇ ਅੰਗਾਂ ਦਾ ਬਖੇੜਾ ਹੋਣਾ। ਇਹ ਤਿੰਨੇ ਮੁਕੱਦਮੇ ਜਿਹੜੇ ਹੈਗੇ ਇਹ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਕੋਲ ਸੀ ਜੀ। ਲੇਕਿਨ ਇਹ SIT ਗਾਂ ਅੱਗੇ ਨਹੀਂ ਸੀ ਤੁਰ ਸਕਦੀ ਕਿਉਂਕਿ ਇਹ ਮਾਮਲਾ ਪਹਿਲਾਂ CBI ਕੋਲ ਚਲਾ ਗਿਆ ਸੀ ਜੀ। CBI ਕੋਲ ਵਾਪਸ ਲੈਣ ਵਾਸਤੇ ਬੜੀ ਜਦੋਜਹਿਦ ਕਰਨੀ ਪਈ ਤੇ ਕੁਝ ਮਹੀਨੇ ਪਹਿਲਾਂ ਹੀ CBI ਤੋਂ ਇਹ ਮਾਮਲਾ ਪੰਜਾਬ ਪੁਲਿਸ ਕੋਲ ਆਇਆ। ਇਸ ਵੇਲੇ ਕਿਉਂਕਿ ਮਿਸਟਰ ਜਿਹੜੇ ਰਣਵੀਰ ਸਿੰਘ ਖੱਟੜਾ ਉਹ ਰਿਟਾਇਰ ਹੋ ਚੁੱਕੇ ਹੈ ਜੀ। ਜਦੋਂ SIT ਦਾ ਚੀਫ ਰਿਟਾਇਰ ਹੋ ਗਿਆ ਤੇ ਉਹਦੀ ਥਾਂ ਦੇ ਉੱਤੇ ਨਵਾਂ ਚੀਫ ਲਾਇਆ ਹੋਇਆ SPS ਪਰਮਾਰ। SPS ਪਰਮਾਰ ਹੋਰਾਂ ਨੇ 6 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਅੱਜ ਉਹਨਾਂ ਨੇ ਬਕਾਇਦਾ ਐਲਾਨ ਵੀ ਕਰ ਦਿੱਤਾ ਹੈ। ਅੱਛਾ ਜੀ। ਕਿ ਉਹਨਾਂ ਬੰਦਿਆਂ ਦੀ ਕੀ ਭੂਮਿਕਾ ਸੀ, ਕਿਹੜੇ ਨੇ ਕੀ ਕੰਮ ਕੀਤਾ, ਉਹ ਵੀ ਉਹਨਾਂ ਨੇ ਸਾਰਿਆਂ ਨੇ ਦੱਸ ਦਿੱਤਾ। ਡਿਟੇਲ ਅਖਬਾਰਾਂ 'ਚ ਸਵੇਰੇ ਆ ਜੂਗੀ, ਆਪਾਂ ਗੱਲ ਵਿਸਤਾਰ ਨਾਲ ਕੱਲ੍ਹ ਨੂੰ ਕਰਾਂਗੇ। ਬਿਲਕੁਲ। ਸੋ 6 ਬੰਦੇ ਤਾਂ ਉਹ ਗ੍ਰਿਫਤਾਰ ਹੋ ਗਏ ਜੀ। ਔਰ ਇਹਦੇ ਨਾਲ ਹੀ ਜਿਹੜੇ ਇਸ਼ਤਿਹਾਰ ਲੱਗੇ ਸੀ, ਇਸ਼ਤਿਹਾਰਾਂ ਨੂੰ ਲਿਖਿਆ ਕਿਹਨੇ ਹੈ? ਇੰਟੈਰੋਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ, ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਫਲਾਣੇ ਬੰਦੇ ਨੇ ਇਸ਼ਤਿਹਾਰ ਲਿਖੇ ਹੋਏ ਹੈ। ਕੱਲ੍ਹ ਉਹਨਾਂ ਦੀ ਜਿਹੜੀ ਹੈ ਲਿਖਾਈ ਦੇ ਸੈਂਪਲ ਵੀ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਲਏ ਗਏ ਹੈ। ਲਿਖਵਾਈ ਕਰਾਈ ਗਈ ਹੈ ਉਹ ਜਿਵੇਂ ਤੇ ਉਹਦੇ ਨਾਲ, ਕਿਉਂਕਿ ਉਹ ਪੁਲਿਸ ਦੇ ਕਬਜ਼ੇ 'ਚ ਪੁਰਾਣੇ ਇਸ਼ਤਿਹਾਰ, ਉਹਦੇ ਨਾਲ ਕੰਪੇਅਰ ਕਰਾਉਣਗੇ ਕਿ ਇਹ ਲਿਖਾਈ ਇਸੇ ਬੰਦੇ ਦੀ ਜਾਂ ਕਿਸੇ ਹੋਰ ਦੀ। ਇਹ ਬਹੁਤ ਇੰਪੋਰਟੈਂਟ ਐਵੀਡੈਂਸ ਹੈ। ਬਿਲਕੁਲ। ਜੇ ਲਿਖਾਈ ਸਾਬਤ ਹੋ ਗਈ ਤਾਂ ਸਮਝ ਲਓ ਕੇਸ ਦੀ ਕਾਰਵਾਈ ਅਗਾਂਹ ਤੁਰਦੀ ਹੈ ਜੀ। ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਜਿਹੜੀ ਕੋਟਕਪੂਰਾ ਕਾਂਡ ਵਾਲੀ ਜਾਂਚ ਹੈ ਉਹ LK ਯਾਦਵ ਵਾਲੀ SIT ਦੇ ਕੋਲੇ ਹੈ। LK ਯਾਦਵ ਸਾਹਿਬ ਜਿਹੜੇ ADGP ਹੈ, ਔਰ ਯਾਦਵ ਸਾਹਿਬ ਨੇ ਬੜੀ ਪਹਿਲੇ ਦਿਨ ਤੋਂ ਹੀ ਬੜੀ ਤੇਜ਼ੀ ਦੇ ਨਾਲ ਉਹਨਾਂ ਦੀ ਇੱਕ ਕਮੇਟੀ ਜਾਂਚ ਕਰ ਰਹੀ ਹੈ ਜੀ। ਕਿਉਂਕਿ ਜਦੋਂ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਨਾਲ ਸੰਬੰਧਿਤ SIT ਭੰਗ ਕੀਤੀ ਹੈ ਔਰ ਨਾਲ ਹੀ ਸਾਰੀਆਂ ਜਿਹੜੀਆਂ 4 ਸ਼ੀਟਾਂ ਦਾਇਰ ਕੀਤੀਆਂ ਸੀ ਉਹ ਵੀ ਰੱਦ ਕਰਤੀਆਂ ਸੀ, ਉਦੋਂ ਜਿਹੜੇ ਉਹਨਾਂ ਨੇ ਪੁਆਇੰਟ ਕੁਛ ਰੇਜ਼ ਕੀਤੇ ਸੀ ਕਿ ਜਿਹੜੇ ਪੁਲਿਸ ਵਾਲੇ 14 ਅਕਤੂਬਰ 2015 ਨੂੰ ਜ਼ਖਮੀ ਹੋਏ ਆ ਸਵੇਰੇ ਜਿਹੜੇ ਪਹਿਲੀ ਟਕਰਾਅ ਦੇ ਵਿੱਚ, ਉਹਨਾਂ ਦੇ ਬਿਆਨ ਵਗੈਰਾ ਰਿਕਾਰਡ ਕਿਉਂ ਨਹੀਂ ਕੀਤੇ, ਉਹਨਾਂ ਦਾ ਪੱਖ ਕਿਉਂ ਨਹੀਂ ਜਾਣਿਆ? ਆਫਟਰ ਆਲ ਇੰਨੇ ਬੰਦੇ ਹੋਏ, ਇਹਨਾਂ ਨੇ ਉਹਨਾਂ ਦਾ ਪੱਖ ਵੀ ਜਾਣਨਾ ਸ਼ੁਰੂ ਕੀਤਾ ਹੈ ਔਰ ਜਿਹੜੇ ਉਸ ਵੇਲੇ ਦੇ ਪੁਲਿਸ ਅਫਸਰ ਸੀ ਉਹਨਾਂ ਦੇ ਪੱਖ ਜਾਣਨੇ ਵੀ ਸ਼ੁਰੂ ਕੀਤੇ। ਹੋਰ ਵੀ ਜਿਹੜੀ ਸਟੇਟ ਗੌਰਮੈਂਟ ਕੋਲੇ ਔਰ ਕੇਂਦਰ ਸਰਕਾਰ ਦੇ ਕੋਲੇ ਜਿਹੜੇ ਡਾਕੂਮੈਂਟਸ ਪਏ ਉਹ ਡਾਕੂਮੈਂਟਸ ਵੀ ਇਹਨਾਂ ਨੇ ਮੰਗਵਾਉਣੇ ਸ਼ੁਰੂ ਕੀਤੇ ਹੈ ਜੀ। 5 ਘੰਟੇ ਦੇ ਕਰੀਬ ਇਹਨਾਂ ਨੇ ਸਾਬਕਾ DGP ਜਿਹੜਾ ਸਮੈਤ ਸਿੰਘ ਸੈਣੀ ਹੈ ਉਹ ਤੋਂ ਵੀ ਪੁੱਛਗਿੱਛ ਕੀਤੀ ਹੈ, ਉਹਨੂੰ ਵੀ ਗ੍ਰਿਲ ਕੀਤਾ ਹੈ ਔਰ ਉਹ ਤੋਂ ਅੱਗੇ ਜਿਹੜੇ ਹੈ ਉਹ ਤੋਂ ਪਹਿਲਾਂ ਜਿਹੜਾ ਹੈਗਾ ਮਿਸਟਰ ਰੋਹਿਤ ਚੌਧਰੀ ਨੂੰ ਵੀ ਗ੍ਰਿਲ ਕੀਤਾ ਔਰ ਜਤਿੰਦਰ ਜੈਨ ਜਿਹੜੇ ਉਸ ਵੇਲੇ ਬਠਿੰਡਾ ਜ਼ੋਨ ਦੇ IG ਸੀ ਉਹਨਾਂ ਨੂੰ ਵੀ ਗ੍ਰਿਲ ਕੀਤਾ। ਅੱਜ ਕੱਲ੍ਹ ਉਹ ਵੀ ADGP ਹੈ ਜੀ। ਔਰ ਅਗਲੇ ਜਿਹੜਾ ਮੇਰੇ ਖਿਆਲ ਅੱਜ ਜਾਂ ਕੱਲ੍ਹ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਗ੍ਰਿਲ ਕਰਨਾ ਹੈ ਆਪਣੇ ਨੂੰ ਉਮਰਾ ਨੰਗਲ ਨੂੰ, ਪਰਮਰਾਜ ਸਿੰਘ ਉਮਰਾ ਨੰਗਲ ਨੂੰ, ਉਹਨਾਂ ਨੂੰ ਵੀ ਸਾਰਾ ਕੀਤਾ। ਸੋ ਕੁੱਲ ਮਿਲਾ ਕੇ ਜਿਹੜੀ ਹੈ ਸਪੀਡ ਬੜੀ ਤੇਜ਼ ਹੋ ਗਈ ਹੈ ਜੀ। ਜਿਹੜੀ ਸਪੀਡ ਪਹਿਲਾਂ ਸਲੋ ਸੀ ਇਹ ਦੱਸਦੇ ਘੱਟ ਹੈ ਕਿ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦੇ। ਇਹ ਗੱਲ ਵੀ ਕਹੀ ਸੀ ਕਿ ਮੀਡੀਆ ਨਾਲ ਕੋਈ ਗੱਲ ਨਾ ਕਰੋ, ਮੀਡੀਆ ਨੂੰ ਉਹ ਦੱਸਦੇ ਨਹੀਂ, ਪਰ ਮੀਡੀਆ ਦੇ ਕੋਲ ਜਿਹੜੀਆਂ ਪੁਣਛਣ ਕੇ ਖਬਰਾਂ ਆ ਰਹੀਆਂ ਮੀਡੀਆ ਉਹੀ ਲਾ ਰਿਹਾ ਹੈ। ਔਰ ਮੇਰੇ ਖਿਆਲ ਮੁਤਾਬਕ ਜਿਵੇਂ ਕਾਂਗਰਸ ਪਾਰਟੀ ਦਾ ਸੰਕਟ ਵੱਧ ਰਿਹਾ ਹੈ ਉਸ ਸੰਕਟ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਟੇਟ ਗੌਰਮੈਂਟ ਵੱਲੋਂ ਵੀ ਇਹ ਗੱਲ ਕਹੀ ਹੋਣੀ ਹੈ ਕਿ ਤੁਸੀਂ ਜਲਦੀ ਆਪਣਾ ਕੰਮ ਨਿਬੇੜੋ ਜੀ। ਤੇ ਇਹ ਵੀ ਅੱਜ ਮੈਂ ਕਿਸੇ ਕਾਂਗਰਸ ਪਾਰਟੀ ਦੇ ਇੱਕ ਪਾਰਲੀਮੈਂਟ ਦੇ ਮੈਂਬਰ ਹੈਗੇ ਮਿਸਟਰ ਗੁਰਜੀਤ ਸਿੰਘ ਔਜਲਾ,
ਜੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅੱਜ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਸੀ ਕਿ ਚੀਫ ਮਿਨਿਸਟਰ ਦਾ ਹੁਕਮ ਹੈ SIT ਨੂੰ ਕਿ ਜਿਹੜਾ ਤੁਹਾਨੂੰ 6 ਮਹੀਨੇ ਦਾ ਟਾਈਮ ਦਿੱਤਾ ਗਿਆ ਹੈ ਜੀ, ਤੇ ਉਸ ਟਾਈਮ ਤੋਂ ਪਹਿਲਾਂ ਤੁਸੀਂ ਆਪਣੀ ਇਨਕੁਆਇਰੀ ਮੁਕੰਮਲ ਕਰਕੇ ਅਗਲੀ ਕਾਰਵਾਈ ਕਰੋ। ਅਗਲੀ ਕਾਰਵਾਈ ਕੀ ਹੈ ਕਿ ਉਹਦੀ ਚਾਰਜ ਸ਼ੀਟ ਦਾਇਰ ਕਰੋ। ਸੋ ਮੇਰੇ ਖਿਆਲ ਮੁਤਾਬਕ ਹੈ ਵੀ ਜਿਹੜਾ ਮਾਮਲਾ ਸਪੀਡ ਅਪ ਹੋਇਆ ਤੇ ਅਗਲੇ ਮਹੀਨੇ 1.5 ਮਹੀਨੇ ਦੇ ਵਿੱਚ ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਪਿਕਚਰ ਕਲੀਅਰ ਹੋ ਜਾਣੀ ਹੈ। ਉਹਨਾਂ ਨੇ ਜਿਹੜੀ ਆਪਣੀ ਚਾਰਜ ਸ਼ੀਟ ਵਗੈਰਾ ਦਾਇਰ ਕਰਨੀ ਉਹ ਦਾਇਰ ਕਰ ਦੇਣਗੇ। ਜੀ ਬਿਲਕੁਲ। ਸੋ ਅਸੀਂ ਆਸ ਕਰ ਸਕਦੇ ਹਾਂ ਵੀ ਹਲਚਲ ਵੱਡੀ ਲੈਵਲ 'ਤੇ ਵੀ ਹੋ ਸਕਦੀ ਹੈ ਜੇ ਤੇ ਉਹ ਕਿਤੇ ਨਾ ਕਿਤੇ ਫਿਰ ਮੇਰੇ ਖਿਆਲ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਵੀ ਸਹਾਰਾ ਦੇਵੇਗੀ। ਕਾਂਗਰਸ ਪਾਰਟੀ ਕੋਲੇ ਕੋਈ ਚਾਰਾ ਹੀ ਨਹੀਂ ਹੈ ਜੀ, ਕਿਉਂਕਿ ਹਾਈ ਕਮਾਂਡ ਕੋਲੇ ਵੀ ਜਿਹੜੇ ਕਾਂਗਰਸ ਦੇ ਲੀਡਰ ਗਏ ਆ ਜਿਨ੍ਹਾਂ ਨੇ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਦੇਖੋ ਜੀ ਅਸੀਂ ਜਵਾਬਦੇਹ ਹਾਂ, ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸਰਕਾਰ ਦੇ ਕੋਲੇ ਕੰਮ ਦੇ ਮਹੀਨੇ ਤੇ ਰਹਿ ਗਏ 4। ਬਿਲਕੁਲ ਜੀ, 4 ਮਹੀਨਿਆਂ ਦੇ ਵਿੱਚ ਜੇ ਕੁਝ ਨਾ ਕੀਤਾ ਤਾਂ ਸਰਕਾਰ ਕਿਹੜਾ ਮੂੰਹ ਲੈ ਕੇ ਲੋਕਾਂ ਕੋਲੇ ਵੋਟਾਂ ਮੰਗਣ ਜਾਊਗੀ। ਜੀ ਜੀ। ਸੋ ਹਾਈ ਕਮਾਂਡ ਵੱਲੋਂ ਵੀ ਪ੍ਰੈਸ਼ਰ ਪੈਣਾ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਜ਼ਮੀਰ ਹੈ ਜਿਹੜੀ ਉਹਨੇ ਵੀ ਕਹਿਣਾ ਕਿ ਤੁਸੀਂ ਲੋਕਾਂ ਦੇ ਸਾਹਮਣੇ ਜਵਾਬ ਦਿਓ। ਤੁਹਾਡੇ ਲੋਕ ਸਵਾਲ ਪੁੱਛਣਗੇ, ਤੁਹਾਨੂੰ ਇਹ ਕੁਝ ਕਰਨਾ ਪੈਣਾ। ਉਮੀਦ ਇਹ ਹੈ ਕਿ ਮਹੀਨੇ 1.5 ਮਹੀਨੇ ਦੇ ਵਿੱਚ ਬੜੇ ਵੱਡੇ ਜਿਹੜੇ ਉੱਪਰਲੇ ਸਿਖਰ ਵਾਲੇ ਲੋਕ ਹੈ ਉਹਨਾਂ ਦੀ ਵੀ ਪੁੱਛ ਪੜਤਾਲ ਹੋ ਸਕਦੀ ਹੈ। ਉਹਨਾਂ ਦਾ ਨਾਂ ਵੀ ਇਸ ਮਾਮਲੇ 'ਚ ਆ ਸਕਦਾ ਹੈ। ਪਤਾ ਨਹੀਂ ਕਿਹਦਾ ਵੀ ਆਪਾਂ ਨੂੰ ਕੋਈ ਪੱਕਾ ਨਹੀਂ, ਪਰ ਵੱਡੇ ਬੰਦੇ ਕੁਝ ਵੱਡੀਆਂ ਮੱਛੀਆਂ ਵੀ ਇਹਦੇ 'ਚ ਆ ਸਕਦੀਆਂ। ਜੀ ਬਿਲਕੁਲ। ਸੋ ਮਾਮਲਾ ਦੇਖਦੇ ਹਾਂ ਜੀ ਅਗਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਮੁੜਦਾ ਹੈ, ਪਰ ਆਸ ਸਾਨੂੰ ਵੱਡੀ ਹਲਚਲ ਦੀ ਪੂਰੀ ਤਰ੍ਹਾਂ ਹੈਗੀ ਹੈ। ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਜਿਨ੍ਹਾਂ ਦੇ ਉੱਪਰ ਗੱਲਬਾਤ ਕੀਤੀ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਨੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਟੂਡੀਓ ਦੇ ਵਿੱਚ ਆਏ ਤੇ ਇਹਨਾਂ ਖਬਰਾਂ ਦੇ ਉੱਤੇ ਗੱਲਬਾਤ ਕੀਤੀ। ਸੋ ਧੰਨਵਾਦ ਢਿੱਲੋਂ ਸਾਹਿਬ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਇਹ ਸਨ ਸਰਦਾਰ ਬਖਤੌਰ ਸਿੰਘ ਢਿੱਲੋਂ ਜਿਨ੍ਹਾਂ ਨੇ ਖਬਰਾਂ ਦੇ ਉੱਤੇ ਗੱਲਬਾਤ ਕੀਤੀ ਹੈ ਅਤੇ ਬਹੁਤ ਮਹੱਤਵਪੂਰਨ ਜਿਹੜੀ ਹੈ ਸਾਡੇ ਸਾਹਮਣੇ ਜਾਣਕਾਰੀ ਲੈ ਕੇ ਆਉਂਦੀ ਹੈ। ਕੋਈ ਖਬਰਾਂ ਇਹ ਯਕੀਨਨ ਬਹੁਤ ਹੀ ਜਿਹੜੀਆਂ ਅਹਿਮ ਬਣ ਜਾਂਦੀਆਂ ਨੇ, ਖਾਸ ਕਰਕੇ ਪੰਜਾਬ ਦੀ ਸਰਕਾਰ ਦੇ ਜੇ ਆਪਾਂ ਪੱਖੋਂ ਦੇਖੀਏ ਤਾਂ ਪੰਜਾਬ ਦੀ ਸਰਕਾਰ ਦਾ ਇਹਨਾਂ ਖਬਰਾਂ ਦੇ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਉਹ ਭਾਵੇਂ ਪੰਜਾਬ ਦੀ ਕਾਂਗਰਸ ਦਾ ਆਪਣਾ ਕਲੇਸ਼ ਹੋਵੇ ਜਾਂ ਫਿਰ ਬੇਅਦਬੀ ਕਾਂਡ ਹੋਵੇ, ਕਿਉਂਕਿ ਇਹਨਾਂ ਮਸਲਿਆਂ ਨੂੰ ਲੈ ਕੇ ਜਿਹੜੀ ਕਾਂਗਰਸ ਪਾਰਟੀ ਕਾਫੀ ਉਲਝੀ ਹੋਈ ਹੈ। ਸੋ ਦੇਖਦੇ ਹਾਂ ਜੀ ਅਗਲੇ ਦਿਨਾਂ ਦੇ ਵਿੱਚ ਕੀ ਹਲਚਲ ਸਾਨੂੰ ਦੇਖਣ ਨੂੰ ਮਿਲਦੀ ਹੈ। ਪਰ ਜੋ ਵੀ ਗੱਲਬਾਤ ਹੋਏਗੀ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅਸੀਂ ਅਗਲੀ ਵਾਰ ਜ਼ਰੂਰ ਉਹਨਾਂ ਨੂੰ ਲੈ ਕੇ ਆਵਾਂਗੇ। ਜਿਵੇਂ ਜੋ ਵੀ ਗਤੀਵਿਧੀਆਂ ਅੱਗੇ ਹੁੰਦੀਆਂ ਨੇ ਅਸੀਂ ਉਹਨਾਂ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਫਿਲਹਾਲ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ। ਅਤੇ ਬ੍ਰੇਕ ਤੋਂ ਬਾਅਦ ਅਸੀਂ ਮਿਲਾਂਗੇ ਜੀ ਇੱਕ ਮਾਹਿਰ ਡਾਕਟਰ ਨੂੰ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੋਨੀਆ ਗੁਪਤਾ, ਜੋ ਕਿ ਇਸ ਵਕਤ ਮੌਜੂਦ ਨੇ ਜੀ ਬਠਿੰਡਾ ਦੇ ਕਿਸ਼ੋਰੀ ਰਾਮ ਹਸਪਤਾਲ ਦੇ ਵਿੱਚ ਜਿਹੜਾ ਕੋਵਿਡ ਸੈਂਟਰ ਚੱਲ ਰਿਹਾ ਹੈ ਬਿਨਾਂ ਕਿਸੇ ਫੀਸ ਤੋਂ, ਉਸ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਹ ਸਾਡੇ ਨਾਲ ਗੱਲਬਾਤ ਕਰਨਗੇ ਜੀ ਡਾਈਟ ਬਾਰੇ ਕਿ ਅਸੀਂ ਇਮਿਊਨਿਟੀ ਨੂੰ ਆਪਣੀ ਨੂੰ ਵਧੀਆ ਰੱਖਣਾ ਹੈ ਤਾਂ ਉਹ ਇਮਿਊਨਿਟੀ ਵਧੀਆ ਰੱਖਣ ਦੇ ਲਈ ਸਾਡੀ ਡਾਈਟ ਕਿਸ ਪ੍ਰਕਾਰ ਹੋਵੇ। ਸੋ ਇਹਨਾਂ ਵਿਸ਼ਿਆਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਫਿਲਹਾਲ ਮੈਨੂੰ ਜਸਪ੍ਰੀਤ ਸਿੰਘ ਨੂੰ ਦਿਓ ਜੀ ਇਜਾਜ਼ਤ ਇੱਕ ਬ੍ਰੇਕ ਲੈਣ ਦੀ। ਸ਼ਮਾਦਾਨ